ਮੁੱਦਤਾ ਅਤੇ ਉਪੇਖਿਆ ਇਹਨਾਂ ਦੀ ਵਿਚਾਰ ਜਿਹੜੀ ਹੁਣ ਚੱਲੇਗੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਜੀ ਵੱਲੋਂ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾ ਕੇ ਅੱਗੇ ਕਥਾ ਨੂੰ ਆਰੰਭ ਕਰੀਏ ਜੀ। ਨਾਲ ਦੀ ਨਾਲ ਇੱਕ ਵਾਰੀ ਗੁਰਮੰਤਰ ਦੇ ਵਿੱਚ ਬੋਲੀਏ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। दोहरा जैसे पित गुरुदेव को सुर जस होत प्रसन्न। ਕਹਿੰਦੇ ਜਿਸ ਤਰੀਕੇ ਨਾਲ ਜਿਸ ਤਰ੍ਹਾਂ ਰਾਮ ਪਿਤਾ ਗੁਰਦੇਵ ਦਾ ਜਸ ਸ਼੍ਰਵਣ ਕਰਕੇ ਖੁਸ਼ ਹੁੰਦਾ ਹੈ, त्यों हरखै मुख से कह वाहिगुरु नित धन। ਐਵੇਂ ਫਿਰ ਉਹ ਜਿਹੜਾ ਗੁਰਮੁਖ ਹੈ ਆਪਣੇ ਮੁਖ ਦੇ ਰਾਹੀਂ ਹਮੇਸ਼ਾ ਵਾਹਿਗੁਰੂ ਹੈ ਪਰਮਾਤਮਾ ਤੂੰ ਧਨ ਹੈ, ਤੂੰ ਧਨ ਹੈ, ਇਸ ਤਰੀਕੇ ਨਾਲ ਕਹਿੰਦਾ ਰਹੇ। निज जिद इस बिद के मन जीव पाए, धन प्रभु कै उर हर खाए। ਨਾਲ ਦੀ ਨਾਲ ਇਹ ਕਹੇ, ਹੇ ਪਰਮਾਤਮਾ ਤੂੰ ਧਨ ਹੈ, ਤੂੰ ਇਸ ਤਰੀਕੇ ਦੇ ਮਨੁੱਖ ਪੈਦਾ ਕੀਤੇ ਹਨ ਜਿਹੜੇ ਜੀਵਾਂ ਦੇ ਨਾਲ ਮਿੱਤਰਤਾ ਰੱਖਦੇ ਨੇ, ਉਹਨਾਂ ਦੇ ਨਾਲ ਮਿੱਤਰਤਾ ਵਾਲਾ ਪ੍ਰੇਮ ਰੱਖਦੇ ਹਨ। ਹਸ ਲਖ ਕੈ ਨਿੰਦਾ ਨਹਿ ਚਹੈ, ਬੁੱਧਤਾ ਨਾਮ ਇਸੀ ਕੋ ਅਹੈ। ਇਸ ਕਰਕੇ ਵਾਹਿਗੁਰੂ ਦੀ ਰਚਨਾ ਨੂੰ ਸਾਰਾ ਦਿਨ ਤੱਕਦਾ ਰਹੇ, ਹਰ ਇੱਕ ਮਨੁੱਖ ਦੇ ਅੰਦਰ ਚੱਲ ਰਹੇ ਬਚਨ ਨੂੰ ਸੁਣਦਾ ਹੈ, ਕਿਸੇ ਨੂੰ ਵੀ ਇਹ ਸਮਝੇ ਵੀ ਇਹ ਵਾਹਿਗੁਰੂ ਹੀ ਬੋਲ ਰਿਹਾ। ਹਰੇਕ ਮਨੁੱਖ ਦੇ ਅੰਦਰ ਪਰਮਾਤਮਾ ਨੂੰ ਹੀ ਸੁਣੇ। ਜਿਹੜਾ ਇਸ ਪ੍ਰਕਾਰ ਦਾ ਲੱਛਣ ਹੈ, ਉਹ ਜਿਹੜੇ ਮੁੱਦਤ ਹੋ ਜਾਂਦੇ ਨੇ ਉਸ ਪ੍ਰਕਾਰ ਦੇ ਗੁਰਮੁਖ ਨੇ। ਫਿਰ ਇਹ ਜਿਹੜੀ ਅਵਸਥਾ ਹੈ ਇਹਨੂੰ ਮੁੱਦਤਾ ਦਾ ਨਾਮ ਦਿੱਤਾ ਗਿਆ ਹੈ। ਆਪਣੀ ਮਤਗਰ ਬਚ ਅਨੁਸਾਰ, ਦੇ ਉਪਦੇਸ਼ ਸਭੇ ਨੂੰ ਸੁਖਕਾਰ। ਆਪਣੀ ਮਤ ਦੇ ਅਨੁਸਾਰ ਸਾਰਿਆਂ ਨੂੰ ਚੰਗੇ ਚੰਗੇ ਉਪਦੇਸ਼ ਦੇਵੇ, ਚੰਗੀਆਂ ਚੰਗੀਆਂ ਗੱਲਾਂ ਦੇਵੇ, ਚੰਗੇ ਚੰਗੇ ਵਿਚਾਰ ਦੱਸੇ, ਜਿਹਦੇ ਨਾਲ ਫਿਰ ਜਿੰਨੇ ਵੀ ਸਰੋਤੇ ਜਿੰਨੇ ਵੀ ਸੁਣਨ ਵਾਲੇ ਨੇ ਸਾਰੇ ਸੁਖੀ ਹੋਣ। ਜੋ ਮੰਨੈ ਤਿਹ ਕੋ ਪੁੰਨ ਦੇਹ, ਮਨ ਮੰਨੇ ਸੋ ਹਠ ਨਾ ਕਰੇ। ਜਿਹੜਾ ਮੰਨੇ, ਜਿਹੜਾ ਤੇ ਮੰਨੇ ਗੁਰੂ ਦੀ ਗੱਲ, ਉਹਨੂੰ ਤੇ ਦੁਬਾਰਾ ਗੁਰੂ ਦੀ ਗੱਲ ਦੱਸ ਦੇਵੇ। ਜਿਹੜੀ ਚੌਥੀ ਅਵਸਥਾ ਹੈ ਨਾ ਗੁਰਮੁਖ ਦੀ, ਉਹ ਇਹ ਹੈ। ਜਿਹੜਾ ਤੇ ਗੁਰੂ ਦੀ ਗੱਲ ਨੂੰ ਮੰਨ ਲਵੇ ਉਹਨੂੰ ਤੇ ਦੁਬਾਰਾ ਦੱਸੇ। ਜਿਹੜਾ ਨਹੀਂ ਸੁਣਨੀ ਚਾਹੁੰਦਾ ਉਹਨੂੰ ਹੱਠ ਕਰਕੇ ਨਾ ਦੱਸੇ ਕਦੇ। ਉਹਦੇ ਨਾਲ ਝਗੜੇ ਨਾ ਵੀ ਤੂੰ ਇਹ ਗੁਰੂ ਦੀ ਗੱਲ ਮੰਨ ਨਹੀਂ ਮੰਨ। ਉਹਨੂੰ ਦੁਬਾਰਾ ਜਿਹੜੀ ਗੱਲ ਉਹ ਨਹੀਂ ਦੱਸਣੀ ਚਾਹੀਦੀ। ਦੋਹਰਾ ਪ੍ਰਲਾਵਦ ਇਸਕੀ ਨਹੀਂ, ਅਸ ਜਾਣੈ ਮਨ ਮਾਹੇ। ਅਤੇ ਆਪਣੇ ਮਨ ਦੇ ਵਿੱਚ ਇਹ ਸਮਝੇ ਵੀ ਇਸ ਕਰਕੇ ਨਹੀਂ ਇਹ ਗੁਰੂ ਦੀ ਗੱਲ ਸੁਣ ਰਿਹਾ, ਸੰਗਤ ਦੇ ਵਿੱਚ ਇਸ ਕਰਕੇ ਨਹੀਂ ਬੈਠ ਰਿਹਾ, ਇਹਦੀ ਪ੍ਰਾਲਬਧ ਨਹੀਂ ਹੈ। ਪ੍ਰਾਲਬਧ ਤੋਂ ਭਾਵ ਇਹਦੇ ਪਿਛਲੇ ਕਰਮ ਨਹੀਂ ਜੁੜੇ ਹੋਏ। ਕਈ ਵਾਰੀ ਬੇਨਤੀ ਕੀਤੀ ਹੈ, ਜਦੋਂ ਕਰਮ ਪਿਛਲੇ ਜੁੜਦੇ ਨੇ, ਜੁੜ ਜੁੜ ਕੇ ਕਰਮ, ਚੰਗੇ ਕਰਮ ਕਰ ਕਰਕੇ ਜਦੋਂ ਕਰਮ ਜੁੜ ਜਾਂਦੇ ਨੇ, ਉਸ ਅਵਸਥਾ ਨੂੰ ਕਹਿੰਦੇ ਨੇ ਵੀ ਇਹਦੇ ਪਿਛਲੇ ਕਰਮ ਚੰਗੇ ਨੇ, ਤਾਂ ਇਹਨੂੰ ਹੁਣ ਸਤ ਸੰਗਤ ਨਸੀਬ ਹੋਣ ਲੱਗ ਪਈ ਹੈ। ਨਹੀਂ ਨਾ ਵੀ ਹੋਏਗੀ, ਕਈ ਵਾਰੀ ਦਿਲ ਵੀ ਕਰਦਾ, ਵਿਘਨ ਪੈਣੇ ਸ਼ੁਰੂ ਹੋ ਜਾਂਦੇ ਨੇ। ਮਨੁੱਖ ਚਾਹੁੰਦਾ ਵੀ ਹੈ ਕਿ ਸਤ ਸੰਗਤ ਦੇ ਅੰਦਰ ਬੈਠਾ, ਪਰ ਵਿਘਨ ਪੈਣ ਲੱਗ ਜਾਂਦੇ ਨੇ। ਕਦੇ ਕੋਈ ਕੰਮ ਉਸੇ ਸਮੇਂ ਆ ਜਾਏਗਾ, ਕੰਮ ਜਿਹੜੇ ਆਉਣ ਲੱਗ ਜਾਂਦੇ ਨੇ। ਗੁਰਦੁਆਰੇ ਆਉਣਾ ਹੁੰਦਾ, ਕੋਈ ਹੋਰ ਆ ਜਾਂਦਾ ਉਸ ਸਮੇਂ। ਆ ਕੇ ਗੁਰਦੁਆਰੇ ਪਾਠ ਸੁਣਨਾ ਹੁੰਦਾ, ਉਸ ਸਮੇਂ ਕੋਈ ਹੋਰ ਆ ਜਾਂਦਾ, ਘਰ ਦੇ ਰਿਸ਼ਤੇਦਾਰ ਆ ਜਾਂਦਾ। ਔਰ ਰੋਜ਼ ਹੀ ਐਵੇਂ ਉਹ ਬਣੇ। ਫਿਰ ਮਨੁੱਖ ਨੂੰ ਆਪਣੇ ਕਰਮਾਂ ਦੀ ਵਿਚਾਰ ਕਰਨੀ ਚਾਹੀਦੀ ਵੀ ਕਿਤੇ ਮੇਰੇ ਕਰਮ ਤੇ ਨਹੀਂ ਮਾੜੇ ਹੋ ਗਏ। ਇਹਨੂੰ ਕਹਿੰਦੇ ਨੇ ਵੀ ਜਦੋਂ ਚੰਗਾ ਵਿਚਾਰ ਮਨ ਚ ਆਏ ਤੇ ਉਹ 'ਚ ਵਿਘਨ ਪੈਣਾ ਸ਼ੁਰੂ ਹੋ ਜਾਏ, ਇਹ ਫਿਰ ਕਰਮ ਦੋਸ਼ ਹੈ। ਮਹਾਰਾਜ ਜੀ ਕਹਿੰਦੇ ਨੇ ਵੀ ਚੌਥਾ ਜਿਹੜਾ ਪ੍ਰਕਾਰ ਦਾ ਗੁਰਮੁਖ ਹੈ ਉਹ ਇਹ ਗੱਲ ਸਮਝਦਾ ਹੈ
ਕਹਿੰਦੇ ਵੀ ਜਿਹੜਾ ਮਨੁੱਖ ਗੁਰੂ ਦੀ ਸੰਗਤ ਵਿੱਚ ਨਹੀਂ ਬੈਠਦਾ, ਉਪਦੇਸ਼ ਨਹੀਂ ਸੁਣਨਾ ਚਾਹੁੰਦਾ, ਉਹਨੂੰ ਨਾ ਦੁਬਾਰਾ ਦੱਸੇ। ਕਿਉਂ ਨਾ ਦੱਸੇ? ਕਿਉਂਕਿ ਉਹਦੇ ਕਰਮ ਨਹੀਂ ਹੈ ਬਹਿਣ ਜੋਗੇ, ਉਹਦੀ ਜਿਹੜੀ ਪ੍ਰਾਲਬਧ ਹੈ ਉਹ ਪੂਰੀ ਨਹੀਂ ਹੈ। ਦੂਸ਼ਣ ਤਿਸੋ ਹੋਏ ਰਹਿ, ਨਾਮ ਉਪੇਖਿਆ ਕਾਹੇ। ਹੁਣ ਉਹਨੂੰ ਦੁਬਾਰਾ ਨਾ ਦੱਸੇ ਤੇ ਚੁੱਪ ਰਹੇ ਬਸ, ਫਿਰ ਅਗਲੀ ਗੱਲ ਨਾ ਉਹਨੂੰ ਦੱਸੇ। ਜਿਹੜਾ ਨਹੀਂ ਉਹਦੇ ਕੋਲ ਬੈਠ ਕੇ ਕਈ ਵਾਰੀ ਗੁਰੂ ਦੀ ਗੱਲ ਸ਼ੁਰੂ ਕਰੀਏ ਕਿਤੇ, ਉਵੇਂ ਤੇ ਭਾਵੇਂ ਸਾਰਾ ਪਰਿਵਾਰ ਜੁੜਿਆ ਰਹੇ, ਕਿਤੇ ਬੈਠ ਕੇ ਪਰਮਾਤਮਾ ਦੀ ਗੱਲ ਸ਼ੁਰੂ ਕਰ ਰਹੇ, ਨਾਲੋਂ ਨਾਲ ਮੇਲਾ ਵਿਚਰਨਾ ਸ਼ੁਰੂ ਹੋ ਜਾਂਦਾ। ਜਿਉਂ-ਜਿਉਂ ਕੋਈ ਸੰਸਾਰ ਦੀ ਗੱਲ ਕਰੋ, ਬੜੀ ਦੁਨੀਆ ਇਕੱਠੀ ਹੋ ਜਾਏਗੀ। ਕਿਸੇ ਦੀ ਨਿੰਦਾ ਕਰੋ, ਚੁਗਲੀ ਕਰੋ, ਕਿਸੇ ਪਦਾਰਥ ਦੀ ਸਿਫਤ ਕਰੋ, ਬੜੀ ਦੁਨੀਆ ਇਕੱਠੀ ਹੋ ਜਾਏਗੀ। ਬਸ ਰੱਬ ਦੀ ਗੱਲ ਕਰਨ ਦੀ ਦੇਰ ਹੈ। ਸਾਰੇ ਮੈਨੂੰ ਆਹ ਕੰਮ ਆ ਗਿਆ, ਉਦੋਂ ਤੇ ਕੋਈ ਕੰਮ ਨਹੀਂ। ਜਦੋਂ ਗੁਰੂ ਦੀ ਗੱਲ ਕਰੋਗੇ, ਰੱਬ ਦੀ ਗੱਲ ਕਰੋਗੇ, ਨਾਲ ਦੀ ਨਾਲ ਫਿਰ ਸਾਰੇ ਜਿਹੜੇ ਨੇ ਉਹ ਭੱਜਣੇ ਸ਼ੁਰੂ ਹੋ ਜਾਂਦੇ ਹਨ। ਜੋ ਭਈ ਮਨ ਕੋ ਕਹਿਓ ਕਰਤ ਹੈ ਜੋਈ, ਵੈ ਮਨ ਮੁਖ ਪਹਿਚਾਨ ਹੋ ਸੋਈ। ਹੁਣ ਮਹਾਰਾਜ ਜੀ ਇੱਥੇ ਮਨਮੁਖ ਦੀ ਪਹਿਚਾਣ ਦੱਸਣ ਲੱਗੇ ਨੇ। ਮਨਮੁਖ ਕੈਸਾ ਹੁੰਦਾ ਹੈ? ਮਹਾਰਾਜ ਕਹਿੰਦੇ ਜਿਹੜਾ ਆਪਣੇ ਮਨ ਦੀ ਕਰੇ, ਬਸ ਆਪਣੀ ਬੁੱਧੀ ਦੀ ਸੁਣੇ। ਗੁਰੂ ਕਹਿੰਦਾ ਮਾੜਿਆਂ ਦੀ ਸੰਗਤ 'ਚ ਨਹੀਂ ਬੈਠਣਾ, ਨਿੰਦਾ ਨਹੀਂ ਕਰਨੀ, ਝੂਠ ਨਹੀਂ ਬੋਲਣਾ, ਮੰਨੇ ਨਾ। ਨਿੰਦਾ ਵੀ ਕਰੇ, ਝੂਠ ਵੀ ਬੋਲੇ, ਚੁਗਲੀ ਵੀ ਕਰੇ, ਬਖੀਲੀ ਵੀ ਕਰੇ, ਮਾੜੀ ਨਿਗਾਹ ਵੀ ਰੱਖੇ, ਕੰਨ ਮਾੜੇ ਗੀਤ ਵੀ ਸੁਣਨ। ਜੇ ਐਸਾ ਕੋਈ ਕਰ ਰਿਹਾ ਹੈ, ਮਾੜੀ ਪਿਕਚਰਾਂ ਵੀ ਵੇਖੇ, ਮਾੜੀਆਂ ਸਾਹਿਤ ਵੀ ਪੜ੍ਹੇ, ਜੇ ਕੋਈ ਐਸਾ ਹਜੇ ਕਰ ਰਿਹਾ ਹੈ, ਮਹਾਰਾਜ ਕਹਿੰਦੇ ਉਹ ਮਨਮੁਖ। ਕਿਉਂ? ਗੁਰੂ ਤੇ ਇਹਨੂੰ ਕਹਿੰਦਾ ਹੀ ਨਹੀਂ ਇਹ ਕਰਨ ਨੂੰ। ਤੇ ਜਿਹੜਾ ਮਨੁੱਖ ਗੁਰੂ ਦੀ ਕਹੀ ਹੋਈ ਗੱਲ ਨੂੰ ਨਹੀਂ ਮੰਨਦਾ, ਉਹਨੂੰ ਫਿਰ ਮਹਾਰਾਜ ਮਨਮੁਖ ਦੀ ਸ਼੍ਰੇਣੀ ਵਿੱਚ ਰੱਖਦੇ ਹਨ। ਤਾਂ ਤੇ ਤੁਮ ਸਨਮੁਖ ਨਿਤ ਰਹੀਏ, ਨਾਮ ਚਿਤਾਰ ਊਚ ਪਦ ਲਹੀਏ। ਮਹਾਰਾਜ ਕਹਿੰਦੇ ਨੇ ਇਸ ਕਰਕੇ ਨਾ ਫਿਰ ਤੁਸੀਂ ਸਦਾ ਸਨਮੁਖ ਰਹੋ, ਹਮੇਸ਼ਾ ਗੁਰੂ ਦੀ ਸੰਗਤ ਕਰੋ। ਜੇ ਗੁਰੂ ਦੀ ਸੰਗਤ ਕਰੋਗੇ, ਉਹਦੇ ਨਾਲ ਫਿਰ ਕੀ ਹੋਏਗਾ? ਜਿਹੜੀ ਬੁੱਧੀ ਹੈ ਉਜਲ ਰਹੇਗੀ, ਮਾੜੇ ਪਾਸੇ ਨਹੀਂ ਜਾਏਗੀ। ਇਸ ਬਿਦ ਸ੍ਰੀ ਗੁਰ ਬਚਸੋ ਸੁਣ ਕੈ, ਵਰਤਿਓ ਤਿਸ ਪ੍ਰਕਾਰ ਮਨ ਗੁਣ ਕੈ। ਫਿਰ ਇਸ ਪ੍ਰਕਾਰ ਨਾਲ ਉਹ ਸਿੱਖ ਨੇ ਜਦੋਂ ਗੁਰੂ ਦੀ ਬਾਣੀ ਸੁਣੀ, ਬਸ ਉਸ ਦਿਨ ਤੋਂ ਬਾਅਦ ਫਿਰ ਉਹ ਗੁਰੂ ਦੇ ਬਚਨ ਹੀ ਸੁਣਨ ਲੱਗ ਪਿਆ। ਤਿਉ ਕਾਲੂ ਕੋ ਭਾ ਨਿਸਤਾਰੇ, ਮਿਲੇ ਜੋ ਨਰ ਤੇ ਸੋਭ ਉਧਾਰੇ। ਐਵੇਂ ਫਿਰ ਕਾਲੂ ਸੀ ਜਿਹੜਾ, ਉਹ ਕਾਲੂ ਦੇ ਅੰਦਰ ਬੜਾ ਜ਼ਿਆਦਾ ਪ੍ਰੇਮ ਗੁਰੂ ਦੇ ਪ੍ਰਤੀ ਪੈਦਾ ਹੋ ਗਿਆ। ਤੇ ਹਮੇਸ਼ਾ ਜਦੋਂ ਗੁਰੂ ਦੇ ਪ੍ਰਤੀ ਪ੍ਰੇਮ ਪੈਦਾ ਹੋਇਆ, ਉਹਨੇ ਫਿਰ ਕਈਆਂ ਨੂੰ ਉਧਾਰਿਆ, ਆਪ ਨਹੀਂ ਇਕੱਲਾ ਉਧਰਿਆ। ਪਤਾ ਨਹੀਂ ਕਿੰਨੇ ਹੀ ਮਨੁੱਖ ਸਨ, ਕਿੰਨਾ ਦਾ ਉਹਨੇ ਉਧਾਰ ਕੀਤਾ। ਪਾਓ ਧਾਰ ਜਿਹੇ ਨਰ ਗੁਰ ਦਰਸੇ, ਬਚਨ ਸੁਣੇ ਪਦ ਪੰਕਜ ਪਰਸੇ। ਹੁਣ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਜਿਹੜੇ ਮਨੁੱਖ ਦਿਲ ਦੇ ਵਿੱਚ ਪ੍ਰੇਮ ਲੈ ਕੇ ਗੁਰੂ ਦੇ ਚਰਨ ਕਮਲ ਪਰਸਦੇ ਨੇ, ਪ੍ਰੇਮ ਨਾਲ ਗੁਰੂ ਦੇ ਦਰਸ਼ਨ ਕਰਦੇ ਹਨ, ਉਹਨਾਂ ਨੂੰ ਪ੍ਰੇਮ ਦੇ ਨਾਲ ਗੁਰੂ ਨੂੰ ਨਮਸਕਾਰ ਕਰਕੇ ਗੁਰੂ ਦੀ ਬਾਣੀ ਸੁਣਦੇ ਨੇ, ਉਹਨਾਂ ਨੂੰ ਫਿਰ ਕੀ ਹਾਸਲ ਹੁੰਦਾ ਹੈ? ਸੇ ਉਦਰੇ ਸੰਗ ਬ੍ਰਿੰਦ ਉਧਾਰੇ, ਤਿਲ ਪਰ ਕਵ ਸਦੀਵ ਬਲਿਹਾਰੇ। ਉਹ ਫਿਰ ਆਪ ਵੀ ਦੁਨੀਆ ਤੋਂ ਉਧਰਦੇ ਨੇ, ਆਪ ਵੀ ਦੁਨੀਆ 'ਚ ਸੱਚਾਈ ਜਾਣ ਕੇ ਖੁਸ਼ ਰਹਿੰਦੇ ਨੇ, ਹੋਰ ਪਤਾ ਨਹੀਂ ਕਿੰਨੇ ਮਨੁੱਖਾਂ ਦਾ ਉਧਾਰ ਕਰਦੇ ਨੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਹਮੇਸ਼ਾ ਜਿਨੇ ਨਾਮ ਧਿਆਇਆ ਗਏ ਮਸਕਟ ਕਾ। ਜਿਨ੍ਹਾਂ ਨੇ ਨਾਮ ਨੂੰ ਧਿਆਇਆ, ਨਾਮ ਜਪਿਆ, ਆਪ ਤੇ ਉਹ ਉਧਰੇ, ਹੋਰ ਪਤਾ ਨਹੀਂ ਕਿੰਨੇ ਮਨੁੱਖਾਂ ਦਾ ਉਧਾਰ ਕਰ ਦਿੱਤਾ। ਹੁਣ ਇੱਕ ਦਿਨ ਧਰਮਸ਼ਾਲਾ ਮਾਈ, ਬੈਠੇ ਪ੍ਰਭੂ ਸਿੱਖ ਬਹੁ ਜਾਹੀ।
ਇੱਕ ਦਿਨ ਗੁਰੂ ਸਾਹਿਬ ਜੀ ਧਰਮਸ਼ਾਲਾ ਦੇ ਵਿੱਚ ਬੈਠੇ ਹੋਏ ਸੀ। ਧਰਮਸ਼ਾਲਾ ਦੇ ਵਿੱਚ ਬੈਠਿਆ ਕਈ ਸਿੱਖ ਮਹਾਰਾਜ ਦੇ ਕੋਲ ਬੈਠੇ ਸਨ। ਮ੍ਰਿਦੁਲ ਮਧੁਰ ਕੀਰਤਨ ਧੁਨ ਹੋਤੀ, ਸੁਣਤ ਸਰੋਤ ਹੋਇ ਸਮਤ ਕੁਦੋਤੀ। ਬੜਾ ਮਧੁਰ ਕੀਰਤਨ ਜਿਹੜਾ ਉਹ ਧਰਮਸ਼ਾਲਾ 'ਚ ਚੱਲਿਆ ਕਰਦਾ ਸੀ। ਬੜੇ ਮਧੁਰ ਕੀਰਤਨ ਦੇ ਨਾਲ ਸਿੱਖ ਸੁਣਿਆ ਕਰਦੇ ਸਨ। ਦੋਹਰਾ ਖੱਤਰੀ ਭਗਤਾ ਉਹਰੀ, ਜਾਪੂ ਬੰਸੀ ਦੋਏ। ਉੱਥੇ ਕਹਿੰਦੇ ਨੇ ਫਿਰ ਦੋ ਸਿੱਖ ਆਉਂਦੇ ਨੇ ਗੁਰੂ ਸਾਹਿਬ ਦੇ ਕੋਲ। ਇੱਕ ਦਾ ਨਾਂ ਹੈ ਭਗਤਾ ਤੇ ਇੱਕ ਦਾ ਨਾਂ ਹੈ ਜਾਪੂ ਬੰਸੀ। ਖੱਤਰੀ ਭਗਤਾ ਉਹਰੀ, ਇੱਕ ਉਹਰੀ ਅਤੇ ਜਾਪੂ ਬੰਸੀ, ਇਹ ਜਿਹੜੇ ਦੋ ਸਿੱਖ ਹਨ ਉਹ ਗੁਰੂ ਜੀ ਦੇ ਦਰ ਤੇ ਆਉਂਦੇ ਹਨ। ਬੰਦਨ ਕਰ ਹਰ ਖੇਰੀ ਦੇ, ਮਗਨ ਪ੍ਰੇਮ ਮੈਂ ਹੋਏ। ਗੁਰੂ ਜੀ ਨੂੰ ਨਮਸਕਾਰ ਕਰਕੇ ਬੜੇ ਪ੍ਰੇਮ ਦੇ ਨਾਲ ਉਹਨਾਂ ਦੇ ਅੰਦਰ ਗੁਰੂ ਜੀ ਦੇ ਪ੍ਰਤੀ ਭਗਤੀ ਪੈਦਾ ਹੁੰਦੀ ਹੈ। ਚੌਪਈ ਠਾਂਡੇ ਹੋਏ ਕੀਨ ਅਰਦਾਸ, ਤੁਮਰੋ ਦਰਸ਼ਨ ਗਿਆਨ ਪ੍ਰਕਾਸ਼। ਗੁਰੂ ਜੀ ਦੇ ਸਾਹਮਣੇ ਹੋ ਕੇ ਹੱਥ ਜੋੜ ਕੇ ਕਹਿੰਦੇ ਨੇ, ਦਾਤਾ ਤੇਰੇ ਜਿਹੜੇ ਦਰਸ਼ਨ ਨੇ ਉਹ ਇਵੇਂ ਹੈ ਜਿਵੇਂ ਹਨੇਰੀ ਤੋਂ ਗਿਆਨ ਹੋ ਗਿਆ। हे ਗੁਰੂ ਨਾਨਕ ਦੇਵ ਜੀ ਮਹਾਰਾਜ, ਤੁਹਾਡੇ ਦਰਸ਼ਨ ਕਰਦਿਆਂ ਸੁੱਖ ਪੈਦਾ ਹੁੰਦਾ ਹੈ। ਵਿਦਿਆ ਵਿਖੈ ਨਿਪੁੰਨ ਜੋ ਨਰ ਹੈ, ਸਦਾ ਵਿਚਾਰ ਕਰਤ ਤੇ ਤਰ ਹੈ। ਕਹਿੰਦੇ ਮਹਾਰਾਜ ਜਿਹੜੇ ਮਨੁੱਖ ਵਿਦਿਆ ਦੇ ਵਿੱਚ ਨਿਪੁੰਨ ਨੇ, ਜੋ ਤੁਹਾਡੇ ਦਿੱਤੇ ਉਪਦੇਸ਼ਾਂ ਦੇ ਉੱਤੇ ਚਰਚਾ ਕਰਦੇ ਹਨ, ਉਹ ਭਵ ਸਾਗਰ ਤੋਂ ਤਰ ਜਾਂਦੇ ਹਨ। ਹਮਕੋ ਵਿਦਿਆ ਹੀਨ ਪਛਾਨੋ, ਜੋ ਉਧਾਰ ਹੋਵੇ ਜੋ ਸੋ ਬਖਾਨੋ। ਕਹਿੰਦੇ ਮਹਾਰਾਜ ਜੀ ਸਾਨੂੰ ਵਿਦਿਆ ਤੋਂ ਹੀਨ ਸਮਝੋ, ਜਿਵੇਂ ਸਾਡਾ ਉਧਾਰ ਹੋਏ ਉਵੇਂ ਸਾਨੂੰ ਦੱਸੋ। ਸੁਣ ਕੇ ਬੋਲੇ ਸ੍ਰੀ ਗੁਰ ਤਬਹੀ, ਮਨ ਮੁਖ ਕਰਮ ਤਜੋ ਜੇ ਸਭੀ। ਮਹਾਰਾਜ ਜੀ ਕਹਿੰਦੇ ਵੀ ਠੀਕ ਹੈ, ਗਿਆਨ ਦਾ ਤੇ ਪ੍ਰਕਾਸ਼ ਹੋ ਜਾਏਗਾ, ਪਰ ਤੁਹਾਨੂੰ ਇੱਕ ਚੀਜ਼ ਛੱਡਣੀ ਪਏਗੀ। ਉਹ ਕਿਹੜੀ ਚੀਜ਼ ਹੈ ਜਿਹੜੀ ਛੱਡਣੀ ਪਏਗੀ? ਮਹਾਰਾਜ ਕਹਿੰਦੇ ਮਨਮੁਖਾਂ ਵਾਲੇ ਕਰਮ ਛੱਡਣੇ ਪੈਣਗੇ। ਜੇ ਗੁਰੂ ਦੇ ਰਾਹ ਤੇ ਤੁਰਨਾ ਹੈ, ਜੇ ਕਿਸੇ ਰਸਤੇ ਤੇ ਪਹੁੰਚਣਾ ਹੈ, ਕਿਤੇ ਮੰਜ਼ਿਲ ਤੇ ਪਹੁੰਚਣਾ ਹੈ, ਫਿਰ ਕੁਛ ਤੇ ਛੱਡਣਾ ਪਏਗਾ। ਇਵੇਂ ਸਮਝੋ, ਇੱਕ ਮਨੁੱਖ ਦਵਾਈ ਵੀ ਖਾਈ ਜਾਏ ਤੇ ਪਰਹੇਜ਼ ਵੀ ਨਾ ਰੱਖੇ, ਫਿਰ ਦਵਾਈ ਖਾਈ ਦਾ ਕੋਈ ਫਾਇਦਾ ਨਹੀਂ। ਗੁਰੂ ਦੇ ਦੁਆਰੇ ਵੀ ਆਈ ਜਾਏ, ਕਰਮ ਵੀ ਮਾੜੇ ਕਰੀ ਜਾਏ, ਫਿਰ ਉਹਦਾ ਲਾਭ ਨਹੀਂ ਹੈ। ਮਹਾਰਾਜ ਜੀ ਕਹਿੰਦੇ ਵੀ ਆਏ ਤਾਂ ਤੁਸੀਂ ਜ਼ਰੂਰ ਹੋ, ਜੇ ਚਾਹੁੰਦੇ ਹੋ ਵੀ ਪ੍ਰਮਾਤਮਾ ਦੇ ਦਰ ਤੇ ਕਬੂਲ ਹੋ ਜਾਈਏ, ਫਿਰ ਮਨਮੁਖਾਂ ਵਾਲੇ ਕਰਮ ਉਹ ਛੱਡਣੇ ਪੈਣਗੇ। ਤਬ ਹੋਵੇ ਕਲਿਆਣ ਤੁਮਾਰਾ, ਬਹੁਰ ਨਾ ਪਾਵੋਗੇ ਸੰਸਾਰਾ। ਮਹਾਰਾਜ ਜੀ ਕਹਿੰਦੇ ਨੇ ਫਿਰ ਤੁਹਾਡਾ ਕਲਿਆਣ ਹੋ ਜਾਏਗਾ, ਦੁਬਾਰਾ ਸੰਸਾਰ ਵਿੱਚ ਨਹੀਂ ਆਓਗੇ, ਦੁਬਾਰਾ ਜਨਮ ਮਰਨ ਦਾ ਗੇੜ ਨਹੀਂ ਪਏਗਾ। ਪ੍ਰਸ਼ਨ ਕੀਨ ਤਿਨ ਤਵੈ ਕਰ ਜੋਰੈ, ਮਨ ਮੁਖ ਕਰਮ ਕਹੋ ਜੋ ਛੋਰੈ। ਮਹਾਰਾਜ ਨੂੰ ਹੱਥ ਜੋੜ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਸਾਡੀ ਤੇ ਇੰਨੀ ਬੁੱਧੀ ਨਹੀਂ ਕਿ ਸਾਨੂੰ ਪਤਾ ਹੋਏ ਵੀ ਮਨਮੁਖਾਂ ਵਾਲੇ ਕਰਮ ਕਿਹੜੇ ਨੇ ਜਿਹੜੇ ਛੱਡਣੇ ਨੇ। ਇਸ ਕਰਕੇ ਸਾਡੀ ਤੁਹਾਡੇ ਅੱਗੇ ਅਰਦਾਸ ਹੈ, ਦੋਵੇਂ ਹੱਥ ਜੋੜ ਕੇ, ਵੀ ਕਿਰਪਾ ਕਰਕੇ ਇਹ ਦੱਸ ਦਿਓ ਵੀ ਮਨਮੁਖਾਂ ਵਾਲੇ ਕਰਮ ਕਿਹੜੇ ਨੇ, ਤੇ ਜਿਹੜੇ ਕਰਮ ਅਸੀਂ ਆਪਣੀ ਜ਼ਿੰਦਗੀ ਚੋਂ ਕੱਢ ਕੇ ਤੁਹਾਡੇ ਨਾਲ ਜੁੜ ਸਕੀਏ। ਤਬ ਸ੍ਰੀ ਗੁਰ ਸਗਰੀ ਬਿਦ ਬਰਣੀ, ਹਿਰਦੇ ਈਰਖਾ ਸਭ ਸੋ ਕਰਨੀ। ਮਹਾਰਾਜ ਜੀ ਨੇ ਫਿਰ ਬਚਨ ਕੀਤਾ, ਕਹਿੰਦੇ ਸੁਣੋ, ਫਿਰ ਪਹਿਲੀ ਗੱਲ ਹੈ ਸਾਰਿਆਂ ਦੇ ਨਾਲ ਈਰਖਾ ਕਰਨੀ, ਇਹ ਛੱਡ ਦਿਓ। ਜਿਹੜੇ ਮਨੁੱਖ ਹਰ ਕਿਸੇ ਦੇ ਨਾਲ ਈਰਖਾ ਕਰਦੇ ਨੇ, ਉਹ ਸਾਰਾ ਦਿਨ ਸੜਦੇ ਹੀ ਰਹਿੰਦੇ, ਉਹ ਸਾਰਾ ਦਿਨ ਆਪਣੇ ਦਿਲ ਨੂੰ ਸਾੜਦੇ ਰਹਿੰਦੇ, ਈਰਖਾ ਦੀ ਅੱਗ ਦੇ ਵਿੱਚ ਸੜਦੇ ਰਹਿੰਦੇ ਨੇ। ਮਹਾਰਾਜ ਕਹਿੰਦੇ ਪਹਿਲਾ ਕਰਮ ਤੇ ਤੁਹਾਨੂੰ ਇਹ ਛੱਡਣਾ ਪਏਗਾ। ਜਗਤ ਪਦਾਰਥ ਸੁਖ ਜੇ ਸਾਰੇ, ਸਭ ਕੇ ਮਿਟ ਕਰ ਹੋਏ ਹਮਾਰੇ। ਮਹਾਰਾਜ ਜੀ ਕਹਿੰਦੇ ਦੂਜੀ ਗੱਲ ਸੁਣੋ ਬਈ, ਦੁਨੀਆ ਦੇ ਜਿੰਨੇ ਵੀ ਪਦਾਰਥ ਨੇ ਇਹਨਾਂ ਨੂੰ ਦੂਜੇ ਨੰਬਰ ਤੇ ਸਮਝੋ ਤੇ ਪਹਿਲੇ ਨੰਬਰ ਤੇ ਗੁਰੂ ਨੂੰ ਸਮਝੋ। ਵੀ
ਜੇ ਕੋਈ ਗੁਰੂ ਦੀ ਅਰਥੀ ਕੰਮ ਕਰ ਰਹੇ ਆ ਵੀ ਪਹਿਲਾਂ ਗੁਰੂ ਦਾ ਕੰਮ ਕਰਨਾ ਹੈ, ਦੂਜਾ ਬਾਅਦ 'ਚ ਕਰਨਾ। ਜੇ ਗੁਰੂ ਨੂੰ ਉੱਚਾ ਸਮਝ ਰਹੇ ਹੋ, ਸਭ ਤੋਂ ਵੱਡਾ ਕਰਮ ਇਹ ਹੈ ਗੁਰੂ ਨੂੰ ਸਭ ਦੇ ਉੱਚੋ ਸਮਝੋ। ਜਿੰਨੇ ਪਦਾਰਥਾਂ ਵਾਲੇ ਕਰਮ ਨੇ ਸਭ ਨੂੰ ਦੂਜੇ ਨੰਬਰ ਤੇ ਸਮਝੋ। ਸਦਨ ਵਿਭੂਤ ਅਪਰ ਕੋ ਦੇਖੀ, ਪੀਰਾ ਪਾਵੇ ਹਿਰਦੇ ਬਸੇਖੀ। ਅਸਲ ਦੇ ਵਿੱਚ ਮਹਾਰਾਜ ਕਿਤੇ ਜਿਹੜੇ ਮਨਮੁਖ ਹੁੰਦੇ ਨੇ, ਇੱਕ ਹੋਰ ਰੋਗ ਹੁੰਦਾ ਮਨ 'ਚ। ਉਹ ਰੋਗ ਕੀ ਹੈ? ਉਹ ਦੂਜੇ ਦੇ ਘਰ ਦਾ ਪੈਸਾ ਵੇਖਦੇ ਨੇ, ਆਪਣਾ ਤੇ ਜਿੰਨਾ ਹੈ ਦੂਜੇ ਦੇ ਘਰ ਦਾ ਵੇਖਦੇ ਨੇ, ਫਿਰ ਉਹਨੂੰ ਵੇਖ ਵੇਖ ਕੇ ਪਰੇਸ਼ਾਨ ਹੁੰਦੇ ਰਹਿੰਦੇ ਨੇ। ਇਹਦੇ ਕੋਲ ਇੰਨਾ ਕਿਉਂ ਹੈ? ਇਹ ਗੱਲ ਤੇ ਹੈ। ਇਹ ਗੱਲ ਹੋਰ ਯਾਦ ਰੱਖਣਾ, ਇਹ ਮੂਲ ਔਗਣ ਹੈ, ਇਹ ਸਾਰਿਆਂ ਵਿੱਚ ਹੀ ਹੈ। ਜੇ ਅਸੀਂ ਕਹਿ ਦਈਏ ਵੀ ਮੇਰੇ ਵਿੱਚ ਨਹੀਂ ਹੈ, ਫਿਰ ਤੇ ਹੰਕਾਰ ਆ ਗਿਆ। ਇਹ ਸਾਰਿਆਂ ਵਿੱਚ ਹੀ ਹੈ। ਤੇ ਮਹਾਰਾਜ ਕਹਿੰਦੇ ਇਹ ਮੂਲ ਔਗਣ ਹੈ, ਇਹ ਵੀ ਮਨੁੱਖ ਨੂੰ ਬੜਾ ਪਰੇਸ਼ਾਨ ਕਰਦਾ ਹੈ। ਇਸ ਕਰਕੇ ਇਹਨੂੰ ਵੀ ਛੱਡ ਦੇਣਾ ਚਾਹੀਦਾ ਹੈ। ਸਰਬ ਨਰਨ ਕੋ ਸ਼ਤਰੂ ਜਨ ਹੈ, ਸੰਗ ਨਾ ਕਿਸੇ ਭਲਾਈ ਥਨ ਹੈ। ਚੌਥਾ ਕੰਮ ਗੁਰੂ ਜੀ ਕਹਿੰਦੇ ਨੇ ਵੀ ਸਾਰਿਆਂ ਨੂੰ ਸ਼ਤਰੂ ਸਮਝਦੇ ਨੇ। ਕਈ ਕਿਸੇ ਨਾਲ ਵੀ ਭਲਾਈ ਨਹੀਂ ਕਰਦੇ। ਕੋਈ ਤਾਂ ਹੋਇਆ ਵੀ ਕਿਸੇ ਨਾਲ ਵੈਰ ਵਿੜ ਲਿਆ, ਇੱਕ ਦੋ ਨਾਲ ਕਰ ਲਿਆ। ਕਈਆਂ ਦਾ ਕਰਮ ਐਸਾ ਸਾਰਿਆਂ ਨਾਲ ਹੀ ਵੈਰ ਰੱਖਦੇ ਨੇ, ਕਦੇ ਭਲਾਈ ਦਾ ਕਰਮ ਕਰਦੇ ਹੀ ਨਹੀਂ। ਦੋਹਰਾ ਇੱਕ ਮਨਮੁਖ ਕੋ ਕਰਮ ਇਹ, ਤਿਆਗੋ ਉਠਤੇ ਸੋਏ। ਮਹਾਰਾਜ ਜੀ ਕਹਿੰਦੇ ਨੇ ਇੱਕ ਤਾਂ ਇਹ ਮਨਮੁਖ ਦੇ ਕਰਮ ਨੇ, ਇਹਨਾਂ ਨੂੰ ਆਪਣੇ ਹਿਰਦੇ ਤੋਂ ਤਿਆਗ ਦੇਣਾ ਚਾਹੀਦਾ ਹੈ। ਦੂਸਰ ਹੋਵੇ ਮਨ ਕਰੈ, ਸਭ ਸੋ ਨਿਰਦਈ ਹੋਏ। ਕਹਿੰਦੇ ਦੂਜਾ ਇੱਕ ਹੈ ਹਉਮੈ ਕਰਨੀ। ਇਹ ਬੜਾ ਮੂਲ ਔਗਣ ਹੈ। ਹਉਮੈ ਦੀਰਘ ਰੋਗ ਹੈ ਤੇ ਨਿਰਦਈਪਣਾ, ਇਹ ਦੋਵੇਂ ਛੱਡ ਦੇਣੇ। ਜਦੋਂ ਤੱਕ ਮਨੁੱਖ ਦੇ ਅੰਦਰ ਦਇਆ ਨਹੀਂ ਨਾ ਹੈ, ਉਹਦੇ ਵਿੱਚ ਧਰਮ ਵੀ ਨਹੀਂ ਹੈ। ਇਹ ਵੀ ਯਾਦ ਰੱਖਣਾ। ਜੇ ਮਨੁੱਖ ਆਪਣੇ ਬੱਚਿਆਂ ਨੂੰ ਤੇ ਦਇਆ ਦੀ ਦ੍ਰਿਸ਼ਟੀ ਨਾਲ ਤੱਕਦਾ ਹੈ, ਦੂਜੇ ਦੇ ਬੱਚਿਆਂ ਪ੍ਰਤੀ ਦਇਆ ਦੀ ਦ੍ਰਿਸ਼ਟੀ ਨਹੀਂ, ਫਿਰ ਉਹ ਹਜੇ ਤਾਈਂ ਧਰਮੀ ਨਹੀਂ ਹੈ, ਸੰਸਾਰੀ ਹੈ। ਧਰਮੀ ਮਨੁੱਖ ਸਾਰਿਆਂ ਵਿੱਚ ਹੀ ਦਇਆ ਕਰਦਾ ਹੈ। ਉਹਦੀ ਪਛਾਣ ਹੀ ਇਹ ਹੈ, ਸਾਰਿਆਂ ਤੇ ਦਇਆ ਕਰਨੀ। ਮਹਾਰਾਜ ਕਹਿੰਦੇ ਇਹ ਧਰਮੀ ਮਨੁੱਖ ਦੀ ਪਛਾਣ ਹੈ। ਸਾਨੂੰ ਇਹ ਜਿਹੜਾ ਕਰਮ ਉਹ ਕਰਨਾ ਚਾਹੀਦਾ ਹੈ। ਚੌਪਈ ਜੇ ਨਿਜ ਤੇ ਕਟ ਦੇਖੇ ਦੇਈ, ਤੇ ਕੋ ਮਤ ਨ ਕੈਸੇ ਦੇਈ। ਕਹਿੰਦੇ ਜਿਹੜੇ ਆਪਣੇ ਆਪ ਨੂੰ ਵੱਡਾ ਸਮਝਦੇ ਨੇ, ਦੂਜਿਆਂ ਨੂੰ ਅਲਪ ਬੁੱਧੀ ਸਮਝਦੇ ਨੇ, ਮਹਾਰਾਜ ਕਹਿੰਦੇ ਉਹਨਾਂ ਨੂੰ ਕਦੇ ਵੀ ਵਿੱਦਿਆ ਨਹੀਂ ਪੜ੍ਹਾਈ ਜਾ ਸਕਦੀ। ਉਹਨਾਂ ਨੂੰ ਕਦੇ ਵੀ ਕੋਈ ਗੱਲ ਸਮਝਾਉਣ ਦਾ ਫਾਇਦਾ ਵੀ ਨਹੀਂ। ਕਿਉਂ ਫਾਇਦਾ ਨਹੀਂ? ਇਹ ਗੁਰੂ ਜੀ ਹੁਣ ਅੱਗੇ ਦੱਸਣਗੇ। ਹਾਸੀ ਕਰੈ ਕਰੈ ਹੰਕਾਰਾ, ਇਹੋ ਲੈ ਸੰਭਵ ਖੁਦ ਉਦਾਰਾ। ਉਹ ਪਤਾ ਕੀ ਕਰਦੇ ਨੇ? ਕਿਸੇ ਛੋਟੇ ਨੂੰ ਵੇਖਦੇ ਨੇ ਉੱਤੇ ਹੱਸਦੇ ਨੇ, ਹੰਕਾਰ ਕਰਦੇ ਨੇ। ਪਤਾ ਕੀ ਕਹਿੰਦੇ ਨੇ? ਨਾਲ ਨਾਲ ਮਹਾਰਾਜ ਕਹਿੰਦੇ ਨੇ ਵੀ ਨਾਲ ਨਾਲ ਇਹ ਕਹਿੰਦੇ ਨੇ ਇਹ ਸਾਡੇ ਬਰਾਬਰ ਦਾ ਹੈ। ਕਈ ਵਾਰੀ ਇਹ ਤੱਕਿਆ ਜਾਂਦਾ ਹੈ, ਕੋਈ ਰਿਸ਼ਤੇਦਾਰ ਕੋ ਗਰੀਬ ਹੋਏ ਤੇ ਉਹਦੇ ਦੂਜੇ ਰਿਸ਼ਤੇਦਾਰ ਅਮੀਰ ਹੋ ਜਾਣ, ਉਹ ਫਿਰ ਉਹਨਾਂ ਨਾਲ ਮਖੌਲ ਦੀ ਭਾਵਨਾ ਰੱਖਦੇ ਨੇ। ਉਹਨਾਂ ਨਾਲ ਫਿਰ ਇਹ ਚੰਗੀ ਭਾਵਨਾ ਨਹੀਂ, ਉੱਥੋਂ ਕਤਰਾਉਂਦੇ ਨੇ। ਫਿਰ ਉਹਦੇ ਨਾਲ ਜਾਣ ਤੋਂ ਵੀ ਕਤਰਾਉਂਦੇ ਨੇ, ਕਿਉਂਕਿ ਇਹ ਸਾਡੇ ਸਟੈਂਡਰਡ ਦਾ ਨਹੀਂ, ਸਾਡੇ ਬਰਾਬਰ ਦਾ ਨਹੀਂ। ਮਹਾਰਾਜ ਕਹਿੰਦੇ ਇਹ ਹੰਕਾਰ ਮੂਲ ਔਗਣ ਹੈ ਤੇ ਮਨੁੱਖ ਐਸਾ ਸਾਰਿਆਂ ਦੇ ਵਿੱਚ ਹੀ ਤੱਕਦਾ ਹੈ। ਪੁੰਨ ਤੀਜੀ ਨਿੰਦਾ ਪਹਿਚਾਨ, ਤਿਆਗ ਦੀਜੀਏ ਕਬ ਨਾ ਬਖਾਨ। ਤੀਜਾ ਔਗਣ ਮਹਾਰਾਜ ਕਹਿੰਦੇ ਨੇ ਨਿੰਦਿਆ। ਨਿੰਦਿਆ ਪੂਰਨ ਰੂਪ 'ਚ ਹੀ ਛੱਡ ਦੇਣੀ ਚਾਹੀਦੀ, ਕਿਉਂਕਿ ਮਹਾਰਾਜ ਬਾਣੀ 'ਚ ਕਹਿੰਦੇ ਨੇ ਰਿਦਾ ਸੁਧ ਜੇ ਨਿੰਦਾ ਹੋਏ, ਹਮਰੇ ਕਪਰੇ ਨਿੰਦਕ ਤੋਏ। ਕਿਉਂਕਿ ਨਿੰਦਕ ਪਤਾ ਕੀ ਹੁੰਦਾ ਹੈ? ਨਿੰਦਾ ਇੱਕ ਦਿਨ ਇੱਕ ਦੀ ਕਰੀ ਦੀ ਹੈ, ਫਿਰ ਦੋ ਦੀ ਕਰੀ ਦੀ ਹੈ, ਫਿਰ ਸੁਭਾਅ ਬਣ ਜਾਂਦਾ ਹੈ ਨਿੰਦਾ ਦਾ। ਫਿਰ ਜਦੋਂ ਤੇ ਦਿਨ ਵਿੱਚ ਕਿਸੇ ਦੀ ਨਿੰਦਾ ਨਾ ਕਰੀਏ, ਕਿਸੇ ਦੀ ਚੁਗਲੀ ਬਖੀਲੀ ਨਾ ਕਰੀਏ, ਫਿਰ ਉਹ ਮਨੁੱਖ ਨੂੰ ਨਿੰਦਰ ਨਹੀਂ ਪੈਂਦੀ। ਉਦੋਂ ਨਿੰਦਾ ਕਰਦਾ ਹੀ। ਫਿਰ ਨਿੰਦਾ ਤੇ ਜਿਹਦੀ ਕਰਨਗੇ ਉਹਦੀ ਕਰਨਗੇ ਹੀ। ਹੁਣ ਜਿਹਦੀ ਨਿੰਦਾ ਹੋ ਰਹੀ ਹੈ ਉਹ ਸਮਝ ਜਾਂਦਾ ਵੀ ਮੇਰੀ ਨਿੰਦਾ ਹੋ ਰਹੀ ਹੈ,
ਮੈਨੂੰ ਠੀਕ ਹੋਣਾ ਚਾਹੀਦਾ। ਨਿੰਦਾ ਦਾ ਮਤਲਬ ਇਹ ਹੈ ਦੂਜੇ ਦੇ ਵਿੱਚ ਮਾੜੇ ਔਗਣ ਵੇਖਣੇ, ਦੂਜੇ ਦੇ ਮਾੜੇ ਔਗਣ ਵੇਖਣੇ। ਮਹਾਰਾਜ ਕਹਿੰਦੇ ਨੇ ਵੀ ਸਾਨੂੰ ਰੱਬ ਨੇ ਠੇਕੇਦਾਰੀ ਦਿੱਤੀ ਹੈ ਦੂਜੇ ਦੇ ਮਾੜੇ ਵੇਖਣੇ, ਚੰਗੇ ਵੇਖੋ ਜੇ ਵੇਖਣੇ ਨੇ। ਮਨੁੱਖ ਆਪਣੇ ਚੰਗੇ ਗੁਣ ਵੇਖਦਾ, ਸਾਰਿਆਂ ਦੇ ਮਾੜੇ ਵੇਖਦਾ। ਮੇਰੇ ਵਿੱਚ ਕੀ ਚੰਗਾ ਹੈ ਇਹਨੂੰ ਸਾਰਾ ਕੁਝ ਹੀ ਪਤਾ ਹੈ, ਤੇ ਦੂਜਿਆਂ ਵਿੱਚ ਮਾੜਾ ਕੀ ਹੈ ਸਭ ਹੀ ਪਤਾ ਹੈ। ਮਨੁੱਖ ਨੂੰ ਦੂਜੇ ਦੇ ਸਾਰੇ ਔਗਣਾਂ ਦੀ ਗਿਣਤੀ ਹੈ। ਆਪਣੇ ਘਰ ਦੇ ਵਿੱਚ ਇੱਕ ਬੱਚੇ ਨੂੰ ਆਪਣੇ ਪਿਤਾ ਦੇ ਸਾਰੇ ਹੀ ਔਗਣ ਪਤਾ, ਗੁਣ ਨਹੀਂ ਪਿਤਾ ਦੇ ਕਦੀ ਵੇਖੇ, ਔਗਣ ਸਾਰੇ ਵੇਖੇ ਨੇ। ਇਸ ਕਰਕੇ ਮਹਾਰਾਜ ਜੀ ਇਹ ਕਹਿੰਦੇ ਨੇ ਵੀ ਯਾਦ ਰੱਖੋ ਆਪਣੀ ਜ਼ਿੰਦਗੀ 'ਚ ਔਗਣ ਨਾ ਕਿਸੇ, ਨਿੰਦਾ ਨਾ ਕਰੋ, ਕਿਸੇ ਦੇ ਮਾੜੇ ਔਗਣ ਨਹੀਂ ਤੱਕਣੇ ਚਾਹੀਦੇ। ਕਿਉਂ? ਅਸੀਂ ਮਾੜੇ ਔਗਣ ਤੱਕ ਕੇ ਪ੍ਰਭਾਵਸ਼ਾਲੀ ਆਪਣੇ ਸਿਰ ਦਾ ਭਾਰ ਵਧਾ ਲੈਂਦੇ ਹਾਂ। ਮਾੜੇ ਔਗਣ ਤੱਕਦੇ ਰਹਿੰਦੇ, ਆਪਣੇ ਕਰਮ ਘਟਾ ਲੈਂਦੇ ਹਾਂ। ਮਾੜੇ ਔਗਣ ਤੱਕ ਕੇ ਜ਼ਿੰਦਗੀ ਦਾ ਐਸਾ ਹੋ ਜਾਂਦਾ ਹੈ ਮਨੁੱਖ ਨੂੰ ਫਿਰ ਆਪਣੇ ਆਪ ਨੂੰ ਵੀ ਚੰਗਾ ਨਹੀਂ ਲੱਗਦਾ ਕੁਛ। ਇਹ ਫਿਰ ਮਨੁੱਖ ਸਾਰੀ ਦੁਨੀਆ ਦੇ ਅੰਦਰ ਮਾੜੇ ਔਗਣ ਹੀ ਤੱਕਦਾ ਰਹਿੰਦਾ ਹੈ। ਜੋ ਵਿਸ਼ੇਖ ਆਪਣੇ ਤੇ ਹੋਏ, ਇਹ ਕੀ ਉਸਤਤ ਕਰ ਹੈ ਕੋਏ। ਮਹਾਰਾਜ ਜੀ ਇੱਕ ਗੱਲ ਬੜੀ ਵਧੀਆ ਕਹਿੰਦੇ ਨੇ, ਕਹਿੰਦੇ ਵੀ ਇੱਕ ਗੱਲ ਯਾਦ ਰੱਖੋ, ਜੇ ਆਪਣੇ ਤੋਂ ਕੋਈ ਵੱਡਾ ਹੋਏ ਉਹਦੀ ਕੋਈ ਉਸਤਤ ਕਰਦਾ? ਕੋਈ ਨਹੀਂ ਕਰਦਾ। ਆਪਣੇ ਗਵਾਂਢੀ ਹੋਏ ਬੜਾ ਗੁਣਾ ਵਾਲਾ, ਗਿਆਨੀ ਹੋਏ, ਪਹਿਲੇ ਹੀ ਸੱਟੇ ਗਏਗਾ, ਇਹਨੂੰ ਕੀ ਪਤਾ, ਪਾਗਲ ਹੈ ਇਹਨੂੰ ਕੁਛ ਨਹੀਂ ਪਤਾ। ਹੋਏ ਗਿਆਨੀ, ਪਾਠ ਵੀ ਕਰਦਾ ਹੋਏ, ਉਹਦੇ ਗੁਣ ਨਹੀਂ ਜਾਣਦਾ। ਮਹਾਰਾਜ ਕਹਿੰਦੇ ਜਿਹੜਾ ਕੋਈ ਸਾਡੇ ਤੋਂ ਉੱਤੇ ਗੁਣ ਵਾਲਾ ਹੈ ਉਹਦੀ ਉਸਤਤ ਕੌਣ ਕਰਦਾ ਹੈ। ਦੋਹਰਾ ਸੁਣ ਕਰ ਨਹੀਂ ਸਹਾਰਣੀ, ਜਰਬਰ ਤੇ ਜਾਏ। ਕਿਸੇ ਨੂੰ ਕੋਈ ਚੀਜ਼ ਵੱਡੀ ਪ੍ਰਾਪਤ ਹੋ ਜਾਏ ਮਨੁੱਖ ਸੜਬਲ ਜਾਂਦਾ ਹੈ ਵੇਖ ਕੇ ਵੀ ਇਹਨੂੰ ਕਿਉਂ ਵੱਡੀ ਚੀਜ਼ ਮਿਲ ਗਈ। ਇਹ ਬੜਾ ਮੂਲ ਔਗਣ ਹੈ ਹਰ ਮਨੁੱਖ ਦੇ ਵਿੱਚ ਹੀ ਹੈ ਵੀ। ਮਹਾਰਾਜ ਕਹਿੰਦੇ ਇਸ ਕਰਕੇ ਇਹਨੂੰ ਵੀ ਦੂਰ ਕਰੋ। ਇਹ ਕਿੰਨੇ ਔਗਣ ਗਣਾਤੇ ਨੇ ਮਹਾਰਾਜ ਨੇ। ਕੋਈ ਵਿਰਲਾ ਹੀ ਮਨੁੱਖ ਹੁੰਦਾ ਹੈ ਜਿਹੜਾ ਔਗਣਾਂ ਤੋਂ ਦੂਰ ਹੁੰਦਾ ਹੈ, ਨਹੀਂ ਸਾਰਾ ਜਿਹੜਾ ਮਨ ਹੈ ਔਗਣਾਂ ਨਾਲ ਹੀ ਭਰਿਆ ਹੈ। ਪਰ ਇਹ ਜਿਹੜੇ ਔਗਣ ਨੇ ਸਾਡੇ ਗੁਣਾਂ ਨੂੰ ਖਾ ਜਾਂਦੇ ਨੇ। ਜੇ ਮਾੜਾ ਮੋਟਾ ਜਪ ਤਪ ਕਰਦੇ ਆ, ਕੋਈ ਗੁਰਦੁਆਰੇ ਆਉਂਦੇ ਆ, ਨਾਮ ਬਾਣੀ ਪੜ੍ਹਦੇ ਆ, ਕੋਈ ਮਾੜਾ ਮੋਟਾ ਪੁੰਨ ਬਣਦਾ ਹੈ, ਕਿਸੇ ਦੀ ਨਿੰਦਾ ਕਰ ਲੈਂਦੇ ਉਹ ਵੀ ਜਾਂਦਾ ਰਹੇ। ਫਿਰ ਮਨੁੱਖ ਕਹਿੰਦਾ ਹੈ ਗੁਰੂ ਦੇ ਰਾਹ ਤੇ ਤੁਰੇ ਤੇ ਬੜਾ, ਕੋਈ ਗੱਲ ਤੇ ਬਣੀ ਨਹੀਂ। ਤੁਰੇ ਕਿੱਥੇ ਆ? ਇੱਕ ਕਦਮ ਅੱਗੇ ਧਰਦੇ ਆ, ਦੋ ਪਿੱਛੇ ਧਰ ਲੈਂਦੇ, ਅੱਗੇ ਨਾਲ ਵੀ ਪਿੱਛੇ ਜਾ ਰਹੇ ਆ। ਇੱਕ ਕਦਮ ਅੱਗੇ ਧਰਿਆ, ਅੱਜ ਆਏ ਆ ਗੁਰਦੁਆਰੇ, ਸੰਗਤ ਵਿੱਚ ਬੈਠੇ ਆ, ਮਾੜਾ ਮੋਟਾ ਮਨ ਨੂੰ ਫਰਕ ਲੱਗੇਗਾ, ਉਹ ਫਿਰ ਅਗਲੇ ਦਿਨ ਘਰ ਜਾਵਾਂਗੇ, ਬੈਠੇ ਆ ਚਾਰ ਬੰਦਿਆਂ ਦੇ ਵਿੱਚ ਕਿਸੇ ਨੇ ਨਿੰਦਿਆ ਹੀ ਫੜ ਲਈ, ਉਹ ਇਹੋ ਜਿਹਾ ਧੋਤਾ ਨੂੰ 2 ਘੰਟੇ ਨਿੰਦਿਆ ਹੀ ਕਰਦੇ ਰਹੇ। ਸੰਗਤ ਤੇ ਕੀਤੀ 10 ਮਿੰਟ, ਸਤ ਸੰਗਤ ਤੇ 10 ਮਿੰਟ, ਨਿੰਦਿਆ ਕੀਤੀ 2 ਘੰਟੇ, ਤੇ ਆਪ ਹੀ ਹਿਸਾਬ ਲਾ ਲਓ। ਜਿਹੜਾ ਮਨੁੱਖ ਕਮਾਏ 10 ਰੁਪਏ ਤੇ ਖਰਚ ਕਰਦੇ 200 ਰੁਪਏ, ਤੇ ਉਹਦੇ ਪੈਸੇ ਘਟਣੇ ਹੀ ਨੇ ਰੋਜ਼ ਰੋਜ਼। ਐਵੇਂ ਹੀ ਸਾਨੂੰ ਮਨੁੱਖਾ ਜਨਮ ਮਿਲਿਆ ਸੀ, ਕਰਮ ਤੇ ਸਾਡੇ ਬੜੇ ਸੀ, ਤਾਂ ਹੀ ਤੇ ਕਰਮ ਮਨੁੱਖਾ ਜਨਮ ਮਿਲਿਆ। ਇਹ 5-10 ਰੁਪਏ ਰੋਜ਼ ਗੁਰੂ ਦੇ ਦੁਆਰੇ ਮੱਥਾ ਟੇਕਣ ਆਉਂਦੇ ਆ, ਕਮਾ ਲੈਂਦੇ ਆ। ਇਹ ਪਿੰਡਾਂ ਦੇ ਵਿੱਚ ਜਾਈਦਾ, ਬਹੀਦਾ, ਜਾ ਕੇ ਸੱਥਾਂ ਦੇ ਵਿੱਚ ਕਿਸੇ ਦੀ ਨਿੰਦਿਆ ਕਰਨ ਲੱਗ ਜਾਂਦੇ, ਝੂਠ ਬੋਲਣ ਲੱਗ ਜਾਂਦੇ, 10 ਕਮਾਉਂਦੇ ਆ, 200 ਡਾ ਦਿੰਦੇ ਆ। ਆਉਂਦਿਆਂ ਮਨੁੱਖ ਇੰਨਾ ਫਸ ਜਾਂਦਾ ਹੈ ਮਾੜੇ ਕਰਮਾਂ ਦੇ ਵਿੱਚ, ਫਿਰ ਕਹਿੰਦਾ ਸਾਡੀ ਤੇ ਰੱਬ ਨੇ ਕਦੀ ਸੁਣੀ ਹੋਈ ਨਹੀਂ। ਰੱਬ ਸੁਣੇਗਾ ਕਿ ਅਸੀਂ ਰੱਬ ਨੂੰ ਕਦੇ ਸੁਣਾਈ ਹੋਈ ਨਹੀਂ, ਰੱਬ ਐਵੇਂ ਸੁਣੇਗਾ ਸਾਡੀ ਗੱਲ। ਇਸ ਕਰਕੇ ਮਹਾਰਾਜ ਕਹਿੰਦੇ ਨੇ ਆਪਣੇ ਮਨ ਦੇ ਵਿੱਚ ਇਹ ਧਾਰਨ ਕਰੋ, ਕੋਈ ਵੀ ਮਨੁੱਖ ਸਾਡੇ ਤੋਂ ਵੱਡਾ ਹੋਏ ਉਹਦੀ ਜਿਹੜੀ ਨਿੰਦਾ ਨਹੀਂ ਕਰਨੀ ਚਾਹੀਦੀ, ਸਗੋਂ ਉਹਦੀ ਤਰੱਕੀ ਨੂੰ ਵੇਖ ਕੇ ਖੁਸ਼ ਹੋਣਾ ਚਾਹੀਦਾ ਹੈ। ਦੇਖਿਓ ਸੋ ਮੇਰੋ ਹੈ, ਇਸ ਵਿੱਚ ਨਿੰਦਿਆ ਲਾਏ। ਸਗੋਂ ਕੋਈ ਪਿੰਡ ਦਾ ਹੀ ਹੋਏ, ਕੋਈ ਨਾਮ ਜਪਦਾ ਹੋਏ, ਸਾਰਾ ਪਿੰਡ ਨਹੀਂ ਉਹਨੂੰ ਚੰਗਾ ਕਹਿੰਦਾ। ਇਹ ਪੰਜਾਬੀ ਦੇ ਵਿੱਚ ਕਹਾਵਤ ਵੀ ਹੈ ਵੀ ਘਰ ਕਾ ਜੋਗੀ ਜੋਗੜਾ ਤੇ ਬਾਹਰ ਕਾ ਜੋਗੀ ਸਿੱਧ। ਵੀ ਮਹੱਲੇ ਦੇ ਵਿੱਚ ਹੋਏ ਬਾਣੀ ਪੜਾ ਹੋਏ ਸੱਚਾ ਸੁੱਚਾ, ਉਹ ਨਹੀਂ ਜਰਿਆ ਜਾਂਦਾ ਕਿਸੇ ਦਾ। ਉਹਦਾ ਕਾਰਨ ਕੀ ਹੈ, ਕਿਉਂ ਨਹੀਂ ਜਰਿਆ ਜਾਂਦਾ?
ਮਹਾਰਾਜ ਕਹਿੰਦੇ ਨੇ ਪਤਾ ਕੀ ਕਹਿੰਦਾ ਮਨੁੱਖ, ਕਹਿੰਦੇ ਐਵੇਂ ਕਹਿੰਦਾ ਮੈਂ ਵੇਖਿਆ ਇਹਨੂੰ ਬੜਾ ਗਿਆਨੀ ਬਣਿਆ ਕਿਉਂਕਿ ਸਾਰੇ ਤੇ ਔਗਣ ਉਹਦੇ ਰੱਖੇ ਨੇ ਉਹਨੇ। ਘੱਟੋ ਘੱਟ ਮਨੁੱਖ ਕੋਲ 400-500 ਫਾਈਲ ਹੈ ਅੱਡ ਅੱਡ ਮਨੁੱਖਾਂ ਦੇ ਔਗਣਾਂ ਦੀ, ਔਗਣਾਂ ਦੀ, ਗੁਣਾਂ ਦੀ ਨਹੀਂ। ਇੱਕ ਨਾ ਰਾਮਾਇਣ ਦੇ ਵਿੱਚ ਬਾਲੀ ਹੋਇਆ, ਬਾਲੀ ਕਹਿੰਦੇ ਬਾਲੀ ਜਿਹਦੇ ਅੱਗੇ ਵੀ ਜਾ ਕੇ ਖਲੋਂਦਾ ਸੀ ਉਹਦੀ 50% ਸ਼ਕਤੀ ਖਿੱਚ ਲੈਂਦਾ ਸੀ। 50 ਖਿੱਚ ਲਈ, ਉਹ 'ਚ ਰਹਿ ਗਈ 50, ਉਹਦੀ ਹੋ ਗਈ 150, ਮਾਰ ਦਿੰਦਾ ਸੀ ਨਾਲ। ਬਾਲੀ ਦਾ ਇਹ ਕਰਮ ਸੀ। ਮਹਾਰਾਜ ਕਹਿੰਦੇ ਨੇ ਵੀ ਐਸਾ ਹੀ ਮਨੁੱਖ ਦਾ ਹੈ। ਜੇ ਮਨੁੱਖ ਜ਼ਿੰਦਗੀ ਦੇ ਵਿੱਚ ਕੋਈ ਮਨੁੱਖ ਉਹਦੇ ਸਾਹਮਣੇ ਆਇਆ ਹੈ, ਉਹਦੇ ਵਿੱਚ ਵੀ 50 ਗੁਣ ਨੇ, ਉਹਦੇ ਵਿੱਚ ਵੀ 50 ਨੇ। ਜਿਹੜਾ ਮਨੁੱਖ ਦੋਵੇਂ ਇਕੱਠੇ ਹੋਏ ਨੇ, ਇੱਕ ਦੇ ਵਿੱਚ 50 ਅੱਡ ਨੇ, ਦੂਜੇ 'ਚ ਅੱਡ ਨੇ। ਜੇ ਮਨੁੱਖ ਇਵੇਂ ਕਰੇ, ਉਹਦੇ ਵਾਲੇ 2 ਗੁਣ ਲੈ ਲਏ, ਇਹਦੇ ਵਿੱਚ 52 ਹੋ ਜਾਣਗੇ, ਉਹਦੇ ਵਿੱਚ 50 ਹੋ ਜਾਣਗੇ। ਰੋਜ਼ ਜ਼ਿੰਦਗੀ ਦੇ ਵਿੱਚ ਰੋਜ਼ ਕਿਸੇ ਨਾ ਕਿਸੇ ਤੋਂ ਇੱਕ ਚੰਗਾ ਗੁਣ ਲਏ ਰੋਜ਼। ਜੇ 30 ਦਿਨਾਂ ਦੇ ਵਿੱਚ ਲਵਾਂਗੇ 30 ਗੁਣ ਹੋ ਜਾਣਗੇ, ਤੇ 1 ਸਾਲ ਦੇ ਵਿੱਚ 360 ਗੁਣ ਹੋ ਜਾਣਗੇ। ਜਿਹਦੇ ਵਿੱਚ 360 ਗੁਣ ਹੋਣ ਨਾ, ਉਹ ਬੰਦਾ ਈਸ਼ਵਰ ਹੀ ਹੁੰਦਾ ਹੈ, ਉਹ ਰੱਬ ਨਾਲ ਮਿਲਿਆ ਹੀ ਹੁੰਦਾ ਹੈ। ਪਰ ਮਨੁੱਖ ਰੋਜ਼ ਕਿਸੇ ਨਾ ਕਿਸੇ ਦੇ ਔਗਣ ਲੈਂਦਾ ਹੈ। ਪਤਾ ਵੀ ਕੀ ਸੋਚਦਾ ਹੈ, ਇਹਨੂੰ ਪਤਾ, ਤੈਨੂੰ ਪਤਾ ਐਵੇਂ ਗੱਲ ਕਰਦੇ ਨੇ, ਉਹ ਜਿਹੜਾ ਫਲਾਣਾ ਮਨੁੱਖ ਹੈ ਆਪਣੇ ਪਿੰਡ ਦਾ, ਉਹ ਤੈਨੂੰ ਪਤਾ ਉਹ ਨਸ਼ਾ ਵੀ ਕਰਦਾ ਹੈ। ਅੱਛਾ, ਉਹ ਨਾਲੋਂ ਨਾਲ ਫਾਈਲ ਆਪਣੇ ਅੰਦਰ ਧਰ ਲੈਂਦਾ, ਅੱਛਾ ਨਸ਼ਾ। ਫਿਰ ਇਹਨੇ ਉਹ ਗੱਲ ਫੜਨੀ ਹੈ, ਦੂਜੇ ਨੂੰ ਜਾ ਕੇ ਦੱਸਣੀ, ਤੈਨੂੰ ਪਤਾ ਹੈ ਫਲਾਣਾ ਨਸ਼ਾ ਕਰਦਾ ਹੈ। ਉਹਨੇ ਕਹਿਣਾ ਨਸ਼ਾ ਨਹੀਂ, ਉਹ ਤੇ ਫਲਾਣੀ ਦਾ ਇੱਕ ਹੋਰ ਉਹਦਾ ਔਗਣ ਲੈ ਲਿਆ। ਐਵੇਂ ਕਰਦਿਆਂ ਕਰਦਿਆਂ ਇੱਕ ਮਨੁੱਖ ਦੇ 10 ਔਗਣ ਨਾਲ ਹੀ ਫੜ ਲੈਂਦੇ। ਪਰ ਗੁਰੂ ਮਹਾਰਾਜ ਦੀ ਬਾਣੀ ਕਹਿੰਦੀ ਹੈ ਵੀ ਜੇ ਤੂੰ ਸਾਂਝ ਕਰਨੀ ਵੀ ਹੈ ਨਾ ਕਿਸੇ ਨਾਲ, ਗੁਣਾਂ ਦੀ ਕਰ। ਗੁਣਾਂ ਦੀ ਕਰਾਂਗੇ ਕੋਈ ਕਰਮ ਵਧੇਗਾ। ਮਹਾਰਾਜ ਕੇ ਸਾਂਝ ਕਰੀਜੈ ਗੁਣਾਂ ਕੀ, ਛੋੜ ਅਵਗੁਣ ਚੱਲੀਏ। ਔਗਣ ਛੱਡ ਦੇਣੇ ਚਾਹੀਦੇ, ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ। ਸਭ ਸੋ ਗਰਭ ਅਸੂਇਆ ਤਰਹੀ, ਉਹ ਨਰ ਕਿਆ ਹੋ ਗੁਣ ਪਰ ਪੁਰਹੀ। ਕਹਿੰਦੇ ਆਪਣੇ ਬਰਾਬਰ ਵਾਲੇ ਨਾਲ ਮਨੁੱਖ ਹਮੇਸ਼ਾ ਘਮੰਡ ਕਰਦਾ ਹੈ, ਆਪਣੇ ਬਰਾਬਰ ਵਾਲੇ ਨਾਲ ਈਰਖਾ ਕਰਦਾ ਹੈ। ਇਹ ਮਨੁੱਖ ਦਾ ਅਸਲ ਦੇ ਵਿੱਚ ਕਰਮ ਹੈ। ਆਪਣੇ ਬਰਾਬਰ ਦੇ ਨਾਲ ਈਰਖਾ ਕਰੇਗਾ, ਬਰਾਬਰ ਵਾਲੇ ਨਾਲ ਘਮੰਡ ਕਰਦਾ ਹੈ। ਤੇ ਮਹਾਰਾਜ ਕਹਿੰਦੇ ਨੇ, ਨਾਲੇ ਇਹ ਵੀ ਕਹਿੰਦਾ ਹੈ, ਕਹਿੰਦੇ ਉਹ ਆਦਮੀ ਕੀ ਹੈ, ਮੇਰੇ ਸਾਹਮਣੇ ਉਹਦਾ ਕੀ ਹੈ। ਚੌਥੀ ਹੱਠ ਬਿਰਤੀ ਅਸ ਜੋਏ, ਦੇ ਉਪਦੇਸ਼ ਨਾ ਮੰਨੇ ਕੋਏ। ਇਹ ਚੌਥੀ ਬਿਰਤੀ ਮਹਾਰਾਜ ਹੁਣ ਦੱਸਣ ਲੱਗਣੇ, ਹੱਠ ਬਿਰਤੀ। ਹੱਠ ਦਾ ਮਤਲਬ ਇਹ ਹੈ ਵੀ ਨਿਸ਼ਚਾ ਕੀਤਾ ਜੋ ਮੈਂ ਹਾਂ ਬਸ ਇਹੀ ਹੋ ਰਿਹਾ। ਮਤਲਬ ਇਹ ਸਮਝ ਲਓ ਵੀ ਜੋ ਇਹ ਗੁਰੂ ਉਪਦੇਸ਼ ਦੇ ਰਿਹਾ ਮੈਂ ਨਹੀਂ ਮੰਨਣਾ। ਗੁਰੂ ਕਹਿੰਦਾ ਹੈ ਗੀਤ ਮਾੜੇ ਨਾ ਸੁਣ, ਮੈਂ ਸੁਣਨੇ। ਮਾੜੀ ਸੰਗਤ ਵਿੱਚ ਨਹੀਂ ਬਹਿਣਾ। ਇਹ ਹੱਠ ਹੈ। ਇਹ ਕੀਤਾ ਵੀ ਗੁਰੂ ਦੇ ਨਾਲ ਹੀ ਹੈ। ਗੁਰੂ ਕਹਿੰਦਾ ਮਾੜੇ ਕਰਮ ਛੱਡ ਦੇ, ਝੂਠ ਛੱਡ ਦੇ, ਬਖੀਲੀ ਛੱਡ ਦੇ, ਨਿੰਦਾ ਛੱਡ ਦੇ, ਛੱਡਣੀ ਨਹੀਂ। ਮਹਾਰਾਜ ਕਹਿੰਦੇ ਇਹ ਚੌਥੀ ਬਿਰਤੀ ਹੈ, ਇਹਨੂੰ ਹੱਠ ਬਿਰਤੀ ਕਿਹਾ ਜਾਂਦਾ ਹੈ। ਤਦਪ ਹੱਠ ਕਰ ਫੁਨ ਕਹੀ, ਚਤੁਰ ਕਰਮ ਮਨਮੁਖ ਕੇ ਅਹੀ। ਮਹਾਰਾਜ ਕਹਿੰਦੇ ਇਹ 4 ਕਰਮ ਨੇ ਮਨਮੁਖ ਦੇ। ਕਿਹੜੇ ਕਿਹੜੇ? ਈਰਖਾ ਕਰਨੀ, ਨਾਲ ਮਹਾਰਾਜ ਕਹਿੰਦੇ ਨੇ ਹੱਠ ਬਿਰਤੀ, ਨਾਲ ਦੀ ਨਾਲ ਕਹਿੰਦੇ ਨੇ ਕਿਸੇ ਦੀ ਨਿੰਦਾ ਕਰਨੀ। ਇਹ ਸਾਰੇ ਦੇ ਸਾਰੇ ਜਿਹੜੇ 4 ਕਰਮ ਨੇ ਇਹ ਮਨਮੁਖ ਦੇ ਨੇ। ਇਹ ਮਨੁੱਖ ਨੂੰ ਜੇ ਕਿਸੇ ਦੇ ਵਿੱਚ ਹੋਣ, ਨਾਲ ਦੀ ਨਾਲ ਛੱਡ ਦੇਣੇ ਚਾਹੀਦੇ ਹਨ। ਦਿਲ ਕੇ ਤਿਆਗ ਕਰੋ ਤੁਮ ਐਸੇ, ਸਿਸਰ ਵਿਖੈ ਤਾਰੇ ਪੱਤਰਨ ਜੈਸੇ। ਮਹਾਰਾਜ ਕਹਿੰਦੇ ਇਹਨਾਂ ਦਾ ਤਿਆਗ ਐਵੇਂ ਕਰ ਦੋ ਜਿਵੇਂ ਪਤਝੜ ਦੀ ਰੁੱਤ ਤੁਰੇ ਨਾ, ਤੇ ਸਾਰੇ ਰੁੱਖਾਂ ਦੇ ਪੱਤੇ ਹੀ ਝੜ ਜਾਂਦੇ ਨੇ। ਕਹਿੰਦੇ ਬਸ ਐਵੇਂ ਆਪਣੇ ਸਰੀਰ ਤੋਂ ਸਾਰੇ ਔਗਣ ਲਾ ਕੇ ਥੱਲੇ ਸੁੱਟ ਦਿਓ। ਇਹ ਗੱਲ ਯਾਦ ਰੱਖਣਾ, ਕੋਈ ਡਾਕਟਰ ਕਹੇ ਨਾ ਕਿਸੇ ਨੂੰ ਵੀ ਤੇਰੇ ਅੰਦਰ ਸ਼ੂਗਰ ਦੀ ਮਾਤਰਾ ਵੱਧ ਗਈ ਹੈ, ਮਿੱਠਾ ਛੱਡ ਦੇ। ਸ਼ੂਗਰ ਦੀ ਮਾਤਰਾ ਵੱਧ ਗਈ ਹੈ, ਛੱਡ ਦੇ ਮਿੱਠਾ, ਠੀਕ ਰਹਿ ਜਾਏਗਾ। ਮਨੁੱਖ ਨੂੰ ਪਤਾ ਹੈ ਨਾ ਛੱਡੀ ਮੌਤ ਹੈ, ਨਾਲੋਂ ਨਾਲ ਹੀ ਛੱਡ ਦਿੰਦਾ। ਗੁਰੂ ਕਹਿੰਦਾ ਨਿੰਦਾ ਛੱਡ ਦੇ। ਗੁਰੂ ਨੂੰ ਪਤਾ ਹੈ ਜੇ ਨਾ ਛੱਡੀ ਅੱਗੇ ਮੌਤ ਹੈ ਇਹਦੀ।
ਨੂੰ ਦੁਬਾਰਾ ਜਨਮ ਮਰਨ ਚਾਉਣਾ ਪਏਗਾ। ਗੁਰੂ ਕਹਿੰਦਾ ਹੈ, ਮਹਾਰਾਜ ਕਹਿੰਦੇ ਹੱਠ ਛੱਡ ਦੇ, ਗੁਰੂ ਦੀ ਗੱਲ ਮੰਨ, ਮਨੁੱਖ ਨਹੀਂ ਛੱਡਦਾ। ਇਹਦਾ ਕਾਰਨ ਕੀ ਹੈ? ਮਨੁੱਖ ਨੂੰ ਸਰੀਰ ਦਾ ਅੱਗਾ ਤੇ ਵਿਖਦਾ ਹੈ, ਇਹਨੇ ਬੜਿਆਂ ਦੇ ਅੱਗੇ ਵੇਖੇ ਨੇ, ਬੜਿਆਂ ਦੇ ਸੰਸਕਾਰਾਂ ਤੇ ਗਿਆ ਹੈ। ਸਰੀਰ ਦਾ ਅੱਗਾ ਸਾਰਿਆਂ ਨੂੰ ਪਤਾ ਹੈ, ਮਨ ਦੇ ਨਾਲ ਕੀ ਕੀ ਬਣਨਾ ਕਿਸੇ ਨੂੰ ਨਹੀਂ ਪਤਾ। ਇਹ ਗੁਰੂ ਨੇ ਵੇਖਿਆ ਸਾਰਾ ਕੁਝ ਹੁੰਦਾ। ਮਹਾਰਾਜ ਕਹਿੰਦੇ ਨੇ ਜੋ ਕੁਝ ਦਰਗਾਹ ਦੇ ਵਿੱਚ ਵਾਪਰਦਾ ਮੈਂ ਦੱਸ ਰਿਹਾ। ਜਿਹੜੇ ਜੰਮ ਨੇ ਮਨੁੱਖ ਨੂੰ ਬੜੇ ਤਰੀਕਿਆਂ ਦੇ ਨਾਲ ਫੜ ਕੇ ਮਾਰ ਦਿੰਦੇ ਹਨ। ਦੋਹਰਾ ਸਿੱਖਣ ਕੋ ਗੁਰਦੇਵ ਸਭ ਜਾਣੇ ਮਨ ਕਰ ਨੀਵ। ਮਹਾਰਾਜ ਕਹਿੰਦੇ ਸਿੱਖ ਨੇ ਨਾ ਜਿਹੜੇ ਬਾਣੀ ਪੜਨ ਵਾਲੇ, ਉਹਨਾਂ ਨੂੰ ਗੁਰੂ ਦੇ ਬਰਾਬਰ ਸਮਝੇ ਤੇ ਹਮੇਸ਼ਾ ਉਹਨਾਂ ਦੇ ਅੱਗੇ ਨੀਵਾਂ ਹੀ ਰਹੇ। ਧਰਮ ਕ੍ਰਿਤ ਕਾਲੇ ਜਗਤ ਮਹਿ ਖਾਵੇ ਵੰਡ ਸਦੀਵ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਇਹ ਭਾਈ, ਉਹਨੂੰ ਕਹਿੰਦੇ ਨੇ ਉਹਰੀ ਨੂੰ, ਭਗਤਾ ਉਹਰੀ ਜਿਹੜਾ ਆਇਆ ਹੈ ਮਹਾਰਾਜ ਜੀ ਤੋਂ, ਕਹਿੰਦੇ ਮੰਨ ਲਓ, ਕਹਿੰਦੇ ਇੱਕ ਗੱਲ ਯਾਦ ਰੱਖੀ, ਆਪਣੀ ਜ਼ਿੰਦਗੀ ਵਿੱਚ ਧਰਮ ਦੀ ਕਿਰਤ ਕਰ ਤੇ ਨਾਲੇ ਵੰਡ ਕੇ ਛਕਿਆ ਕਰ। ਜੋ ਪਈ ਅਸ ਉਪਦੇਸ਼ ਗੁਰੂ ਕੋ ਸੁਣ ਕੇ ਮੰਨਿਓ ਮਨ ਕੀਨੋ ਸ਼ੁਭ ਗੁਣ ਕੈ। ਇਸ ਤਰ੍ਹਾਂ ਦਾ ਉਪਦੇਸ਼ ਸੁਣ ਕੇ ਨਾ ਉਹ ਸਿੱਖ ਨੇ ਗੁਰੂ ਤੋਂ ਗੱਲ ਸੁਣੀ ਐ ਸੀ, ਕਹਿੰਦੇ ਉਦੋਂ ਹੀ ਸੁਣੀ, ਨਾਲ ਦੀ ਨਾਲ ਗੁਰੂ ਦੀ ਗੱਲ ਮੰਨ ਲਈ ਹੈ। ਵਰਤਨ ਲਗੇ ਜਗਤ ਮਹਿ ਐਸੇ ਕੈਵਲ ਹੋਵੇ ਪ੍ਰਾਪਤ ਜੈਸੇ। ਐਵੇਂ ਜਗਤ ਦੇ ਵਿੱਚ ਐਵੇਂ ਵਰਤਦੇ ਨੇ, ਜਗਤ ਦੇ ਵਿੱਚ ਹੁਣ ਐਸੇ ਕਰਮ ਕਰਦੇ ਨੇ ਜਿਹਦੇ ਨਾਲ ਮੁਕਤੀ ਪ੍ਰਾਪਤ ਹੋ ਜਾਵੇ। ਸੀਹਾ ਗਜਨ ਦੋਨੋਂ ਪਾਈ ਸੋ ਆਏ ਸਤਿਗੁਰ ਸ਼ਰਨਾਈ। ਹੁਣ ਨਾ ਦੋ ਸਿੱਖ ਹੋਰ ਆਏ ਨੇ ਗੁਰੂ ਜੀ ਦੇ ਕੋਲ, ਇਹ ਵੀ ਆਪਣਾ ਸਵਾਲ ਲੈ ਕੇ ਆਏ ਨੇ। ਇਹਨਾਂ ਦਾ ਸਵਾਲ ਵੀ ਬੜਾ ਕਾਮਯਾਬ ਹੈ। ਇਹਨਾਂ ਦਾ ਨਾਮ ਹੈ ਸ਼ੀਹਾਂ ਤੇ ਗੱਜਣ। ਇਹ ਦੋਵੇਂ ਭਰਾ ਨੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਹੁਣ ਕਰਤਾਰਪੁਰ ਸਾਹਿਬ ਆਏ ਨੇ। ਮਹਾਰਾਜ ਜੀ ਨੂੰ ਸਵਾਲ ਪੁੱਛਦੇ ਹਨ। ਦਰਸ਼ਨ ਦੇਖਿਓ ਸ਼੍ਰੀ ਸੁਖਕੰਦਾ ਕਰੀ ਬੰਦਲਾ ਪਦ ਅਰਬਿੰਦਾ। ਆ ਕੇ ਦੋਵਾਂ ਨੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਤੇ ਮਹਾਰਾਜ ਜੀ ਦੇ ਚਰਨ ਜਿਹੜੇ ਕਮਲ ਦੇ ਸਮਾਨ ਨੇ, ਕਮਲ ਦੇ ਫੁੱਲ ਦੇ ਸਮਾਨ ਨੇ ਗੁਰੂ ਨਾਨਕ ਸਾਹਿਬ ਦੇ ਚਰਨ, ਆ ਕੇ ਉਹਨਾਂ ਨੂੰ ਮੱਥਾ ਟੇਕਿਆ ਹੈ। ਦੋਹਰਾ ਕਰ ਜੋਰੇ ਠਾਂਡੇ ਪਏ ਅਸ ਕੀਨੀ ਅਰਦਾਸ। ਦੋਵੇਂ ਜਣਾਂ ਨੇ ਹੱਥ ਜੋੜੇ ਹੋਏ ਨੇ ਗੁਰੂ ਦੇ ਸਾਹਮਣੇ, ਦੋਵੇਂ ਜਣੇ ਹੱਥ ਜੋੜ ਕੇ ਬੇਨਤੀ ਕਰ ਰਹੇ ਹਨ। ਚਤੁਰ ਪਦਾਰਥ ਦੇਹੋ ਪ੍ਰਭ ਜਨਮ ਮਰਨ ਕੱਟ ਫਾਸ। ਮਹਾਰਾਜ ਜੀ ਨੂੰ ਕਹਿੰਦੇ, ਮਹਾਰਾਜ ਸਾਨੂੰ ਇੱਕ ਤੇ ਚਾਰ ਪਦਾਰਥ ਦੇਵੋ। ਚਾਰ ਪਦਾਰਥ ਕਿਹੜੇ? ਧਰਮ, ਅਰਥ, ਕਾਮ, ਮੋਖ। ਧਰਮ ਦੇਵੋ, ਅਰਥ ਦਾ ਮਤਲਬ ਧਨ ਵੀ ਦੇਵੋ ਸਾਨੂੰ, ਤੇ ਸਾਡਾ ਜਨਮ ਮਰਨ ਵੀ ਕੱਟਿਆ ਜਾਵੇ। ਇਹ ਹੁਣ ਇਹਨਾਂ ਦਾ ਸਵਾਲ ਬੜਾ ਵੱਡਾ ਹੈ, ਸਾਨੂੰ ਸਾਰਿਆਂ ਨੂੰ ਇਹਨਾਂ ਦੀ ਲੋੜ ਹੈ। ਇਹਨੇ ਚਾਰਾਂ ਪਦਾਰਥਾਂ ਦੀ ਸਾਨੂੰ ਸਾਰਿਆਂ ਨੂੰ ਲੋੜ ਹੈ। ਗੁਰੂ ਜੀ ਹੁਣ ਇਹਨਾਂ ਪਦਾਰਥਾਂ ਨੂੰ ਪ੍ਰਾਪਤ ਕਰਨ ਦਾ ਕੀ ਤਰੀਕਾ ਹੈ ਉਹ ਅੱਗੇ ਦੱਸਣਗੇ। ਚੌਪਈ ਤੁਮਰੇ ਸਰਸਨਾ ਪਰ ਉਦਾਰਾ ਜੋ ਜਪੇ ਸੋ ਦੇਹੋ ਦਤਾਰਾ। ਦੋਵੇਂ ਜਣੇ ਪਿਆਰ ਨਾਲ ਆਏ ਨੇ, ਕਹਿੰਦੇ ਸੱਚੇ ਪਾਤਸ਼ਾਹ ਸਾਨੂੰ ਇੱਕ ਗੱਲ ਪਤਾ ਹੈ, ਤੁਹਾਡੇ ਵਰਗਾ ਦਾਤਾ ਕੋਈ ਨਹੀਂ ਉੱਤੇ ਦੁਨੀਆ 'ਤੇ। ਤੁਹਾਡੇ ਕੋਲ ਜੋ ਮੰਗੀ ਉਹ ਮਿਲਦਾ ਹੈ। ਜਿਹਨੂੰ ਬਾਣੀ ਕਹਿੰਦੀ ਆ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਝ ਹੈ। ਪਹਿਲਾਂ ਸਵਾਲ ਕੀਤਾ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ। ਇਹ ਸਵਾਲ ਹੈ ਵੀ ਤੇਰੇ ਘਰ ਦੇ ਵਿੱਚ ਕੀ ਨਹੀਂ, ਕਿਹੜੀ ਐਸੀ ਵਸਤੂ ਹੈ ਜਿਹੜੇ ਤੇਰੇ ਦੁਆਰੇ ਤੋਂ ਨਹੀਂ ਮਿਲ ਸਕਦੀ ਪਰਮਾਤਮਾ ਤੋਂ। ਅੱਗੇ ਕਹਿੰਦੇ ਨੇ ਘਰ ਤਾਂ ਤੇਰਾ ਸਭ ਕੁਝ ਹੈ, ਇਹ ਸਾਨੂੰ ਪਤਾ ਹੈ, ਤੇਰੇ ਕੋਲ ਹੈ ਸਾਰਾ ਕੁਝ। ਫਿਰ ਮਹਾਰਾਜ ਦਿੰਦੇ ਕਿਹਨੂੰ? ਜਿਸ ਦੇਹ ਸੋ ਪਾਵੇ। ਜਿਹਨੂੰ ਤੇਰੀ ਮਰਜ਼ੀ ਹੁੰਦੀ ਹੈ ਤੂੰ ਉਹਨੂੰ ਹੀ ਦਿੰਦਾ। ਮਹਾਰਾਜ ਜੀ ਨੂੰ ਕਹਿੰਦੇ, ਅਰਦਾਸ ਕਰ ਰਹੇ ਨੇ ਹਜੇ ਗੁਰੂ ਜੀ ਨੂੰ, ਸੱਚੇ ਪਾਤਸ਼ਾਹ ਤੁਸੀਂ ਦਾਤਾਰ ਹੋ, ਮੈਂ ਤੁਹਾਡੀ ਮਹਿਮਾ ਬੜੀ ਸੁਣੀ ਹੈ, ਤੁਸੀਂ ਮੈਨੂੰ ਇਹ ਦਾਤਾਂ ਦੇ ਦੇਵੋ। ਆਸਾ ਧਰ ਅਰਦਾਸ ਬਖਾਨੀ ਪੂਰਨ ਕੀਜੈ ਸ਼੍ਰੀ ਗੁਣ ਖਾਨੀ। ਕਹਿੰਦੇ ਮਹਾਰਾਜ ਬੜੀ ਆਸ ਲੈ ਕੇ ਆਏ ਆ, ਐਵੇਂ ਨਹੀਂ ਆਏ। ਵੇਖੋ ਕਿੱਡੀਆਂ ਸਿੱਖਾਂ ਦਾ ਬੇਨਤੀ ਕਰਨ ਦਾ ਤਰੀਕਾ ਕਿੱਡਾ ਸੀ। ਪਹਿਲਾਂ ਕਹਿ ਰਹੇ ਨੇ ਤੁਹਾਡੇ ਵਰਗਾ ਦਾਤਾ ਕੋਈ ਨਹੀਂ, ਹੁਣ ਨਾਲ ਦੀ ਨਾਲ ਕਹਿ ਰਹੇ ਮਹਾਰਾਜ ਬੜੀ ਆਸ ਲੈ ਕੇ ਹੋ ਆਇਆ ਦੂਰ ਹੁਣ ਚੱਲ ਕੇ, ਮੈਂ ਤੱਕੀ ਤੋਂ ਸ਼ਰਨਾਏ, ਮੈਂ ਆਸਾ ਰੱਖੀ ਚਿੱਤ, ਮੈਂ ਆਸ ਰੱਖੀ ਹੈ।
ਮੇਰਾ ਸਭੋ ਦੁੱਖ ਗਵਾਏ ਜੀ, ਆਸ ਰੱਖ ਕੇ ਆਇਆ ਮਹਾਰਾਜ। ਛੀਆਂ ਕਹਿਣ ਲੱਗਿਆ, ਗੱਜਣ ਵੀ ਨਾਲ ਕਹਿੰਦਾ ਹੈ, ਕਹਿੰਦੇ ਮਹਾਰਾਜ ਬੜੀ ਆਸ ਰੱਖ ਕੇ ਆਏ ਆ, ਤੁਹਾਡੇ ਅੱਗੇ ਅਰਦਾਸ ਕੀਤੀ ਹੈ, ਕਿਰਪਾ ਕਰੋ ਸੱਚੇ ਪਾਤਸ਼ਾਹ ਸਾਡੀ ਅਰਦਾਸ ਨੂੰ ਪੂਰਾ ਕਰੋ। ਸੁਣ ਕੇ ਸ੍ਰੀ ਗੁਰ ਗਿਰਾ ਆਲਾਈ, ਲੋਚਨ ਪੂਰਨ ਕਰੁਣਾ ਛਾਈ। ਕਹਿੰਦੇ ਮਹਾਰਾਜ ਜੀ ਨੇ ਉਹਨਾਂ ਦੇ ਇਹੋ ਜਿਹੇ ਬਚਨ ਸੁਣੇ ਬੇਨਤੀ ਵਾਲੇ, ਨਾਲ ਦੀ ਨਾਲ ਮਹਾਰਾਜ ਦੀਆਂ ਅੱਖਾਂ ਦੇ ਵਿੱਚ ਕਿਰਪਾ ਦਾ ਜਲ ਵਹਿ ਪਿਆ। ਕਿਉਂਕਿ ਗੁਰੂ ਜਿਹੜਾ ਬਹੁਤੇ ਹਾੜੇ ਨਹੀਂ ਕਢਾਉਂਦਾ, ਮਨੁੱਖ ਥੋੜੇ ਜਿਹੇ ਆਪਣੇ ਹਾੜੇ ਕੱਢੇ ਬਸ। ਮਨੁੱਖ ਥੋੜਾ ਜਿਹਾ ਨੀਵਾ ਹੋ ਜਾਏ ਗੁਰੂ ਦੇ ਅੱਗੇ, ਇੱਕ ਵਾਰੀ ਕਹਦੇ ਗੁਰੂ ਸਾਹਿਬ ਤੁਹਾਡੇ ਤੋਂ ਵੱਡਾ ਕੋਈ ਨਹੀਂ, ਇੰਨਾ ਕੁ ਮਾੜਾ ਜਿਹਾ ਕਹਿ ਦਵੇ, ਸੱਚੇ ਪਾਤਸ਼ਾਹ ਤੇਰੇ ਤੋਂ ਬਿਨਾ ਮੈਂ ਜਾਣਾ ਨਹੀਂ ਕਿਸੇ ਕੋਲ, ਮਾੜਾ ਜਿਹਾ ਕਹੇ ਸਹੀ, ਰੋਜ਼ ਆ ਕੇ ਕਹੇ ਮਹਾਰਾਜ ਮੈਂ ਨਹੀਂ ਜਾਣਾ ਕਿਸੇ ਕੋਲ, ਤੇਰੇ ਕੋਲ ਹੀ ਲੈਣਾ, ਲੈਣਾ ਵੀ ਤੁਹਾਡੇ ਕੋਲ, ਲੈਣਾ ਵੀ ਜ਼ਰੂਰ ਹੈ। ਐਸੇ ਬੜੇ ਮਨੁੱਖ, ਮੈਂ ਆਪ ਜੀ ਨੂੰ ਵਿੱਚ ਗਾਥਾ ਆ ਜਾਂਦੀ ਹੈ। ਇੱਕ ਮੈਂ ਬੀਬੀ ਐਸੀ ਤੱਕੀ ਹੈ, ਉਹਨੂੰ ਕਿਸੇ ਨੇ ਕਹਿ ਦਿੱਤਾ ਤੇਰੇ ਘਰ ਪੁੱਤਰ ਨਹੀਂ ਹੋਣਾ, ਕਿਸੇ ਨੇ ਕਹਿ ਦਿੱਤਾ ਚੱਲਦਿਆਂ ਫਿਰਦਿਆਂ, ਉਹਦੇ ਕੋਲ ਪਹਿਲਾਂ ਪੁੱਤਰ ਹੋਇਆ ਤੇ ਉਹ ਚੜ੍ਹਾਈ ਕਰ ਗਿਆ। ਉਹ ਕਹਿੰਦੀ ਲੈਣਾ ਵੀ ਹੈ ਤੇ ਲੈਣਾ ਵੀ ਗੁਰੂ ਗ੍ਰੰਥ ਸਾਹਿਬ ਤੋਂ ਹੀ। ਮੈਂ ਆਪ ਉਹਨੂੰ ਤੱਕਿਆ, ਚਲੋ ਮੈਂ ਬਾਕੀ ਥਾਂ ਟਿਕਾਣਾ ਤੇ ਨਾ ਦੱਸਾਂ। ਕਹਿੰਦੀ ਲੈਣਾ ਵੀ ਇੱਥੋਂ ਹੈ ਤੇ ਲੈ ਕੇ ਵੀ ਰੰਗ। ਉਹਨੇ ਇਹ ਗੱਲ ਕਹੀ। 4 ਸਾਲ ਉਹ ਬੀਬੀ ਗੁਰਦੁਆਰੇ ਰੋਜ਼, ਬਾਬਾ ਜੀ ਨੇ ਦਰਵਾਜ਼ਾ ਬਾਅਦ 'ਚ ਖੋਲ੍ਹਣਾ, ਉਹਨੇ ਗੁਰਦੁਆਰੇ ਕੇ ਪਹਿਲਾਂ ਖਲੋਤਾ। ਸ਼ਾਮ ਨੂੰ ਫਿਰ 4 ਸਾਲ ਕਦੇ ਰਿਸ਼ਤੇਦਾਰੀ ਤੇ ਵੀ ਨਹੀਂ ਗਈ, ਕੋਈ ਛੁੱਟੀ ਨਹੀਂ ਲਾਈ। ਉਹ ਪੁੱਤਰ ਪੈਦਾ ਹੋਇਆ ਤੇ ਉਹ ਪੁੱਤਰ ਦੀ ਮੈਂ ਵੇਖਿਆ ਬੁੱਧੀ ਵੀ ਬੜੀ ਹੈ, ਬੜੀ ਮੱਤ ਵਾਲਾ ਹੈ। ਇਹਨੂੰ ਕਹਿੰਦੇ ਨੇ ਗੁਰੂ ਦੇ ਅੱਗੇ, ਜਿਹੜਾ ਗੁਰੂ ਦੇ ਅੱਗੇ ਬਿਲਕੁਲ ਪਾਵੋਂ ਦਾਨ ਢੀਠ ਹੋਏ ਮੰਗੋ, ਢੀਠ ਹੋ ਕੇ ਲੈਣਾ ਪੈਂਦਾ ਹੈ। ਗੁਰੂ ਦੇ ਦਰ ਤੋਂ ਕੁਝ ਲੈਣਾ ਹੈ ਤੇ ਢੀਠ ਹੀ ਹੋਣਾ ਪੈਂਦਾ ਹੈ। ਫਿਰ ਮਹਾਰਾਜ ਜਾਂਦਾ ਨਹੀਂ ਕਿਤੇ, ਸਗਲ ਦਵਾਰ ਕੋ ਛੱਡ ਕੇ ਗਏ ਹੋ ਤੁਹਾਰੋ। ਜਿਵੇਂ ਭਾਈ ਲੈਣੇ ਨੂੰ ਕਹਿਣ ਲੱਗੇ ਮਹਾਰਾਜ ਡੰਡਾ ਫੜਿਆ, ਗੁਰੂ ਨਾਨਕ ਸਾਹਿਬ ਮਾਰ ਰਹੇ ਨੇ ਸਾਰਿਆਂ ਦੇ, ਡੰਡਾ ਮਾਰਿਆ ਭਾਈ ਲੈਣੇ ਤੇ, ਕਹਿੰਦੇ ਜਾਂਦਾ ਨਹੀਂ ਇੱਥੋਂ। ਗੁੱਸੇ ਹੋਏ, ਕਿਉਂ ਮੇਰਾ ਪਿੱਛਾ ਕੀਤਾ ਹੀ, ਕਿਉਂ ਨਹੀਂ ਮੇਰਾ ਖਹਿੜਾ ਛੱਡਦਾ, ਭੱਜ ਜਾ ਇੱਥੋਂ। ਭਾਈ ਲੈਣਾ ਕਹਿੰਦਾ ਹੱਥ ਜੋੜ ਕੇ ਪਾਤਸ਼ਾਹ ਮੇਰਿਆ ਸੱਜਣਾ ਸਾਰੀ ਦੁਨੀਆ ਛੱਡ ਕੇ ਤੇਰਾ ਪੱਲਾ ਫੜਿਆ, ਸਗਲ ਦੁਆਰ ਕੋ ਛੱਡ ਕੇ ਗਏ ਹੋ ਤੁਹਾਰੋ ਦੁਆਰ। ਹੁਣ ਮੈਂ ਕਿੱਥੇ ਜਾਵਾਂ, ਤੁਸੀਂ ਉਹ ਮੈਨੂੰ ਦੱਸੋ ਦਰਵਾਜ਼ਾ ਕਿਹੜਾ ਜਿਹਦੇ ਦਰਵਾਜ਼ੇ ਤੇ ਮੈਂ ਜਾ ਕੇ ਬਵਾਂ। ਮੈਂ ਹੁਣ ਕਿਸੇ ਤੋਂ ਨਹੀਂ ਮੰਗਣਾ, ਜੇ ਕੋਈ ਮੇਰੀ ਆਸ ਹੈ ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸਾਹਿਬ, ਮੈਂ ਤੁਝ ਅੱਗੇ ਅਰਦਾਸ, ਮੇਰੀ ਅਰਦਾਸ ਤੇਰੇ ਅੱਗੇ ਹੀ ਹੈ। ਮੈਂ ਹੋਰ ਥਾਂ ਨਹੀਂ, ਮੇਰੇ ਕੋਲ ਕੋਈ ਪੀਰ ਫਕੀਰ ਦੀ ਮੜੀ ਨਹੀਂ ਹੈ, ਮੈਂ ਕਿਸੇ ਪੀਰ ਦੀ ਮੜੀ ਤੇ ਦੀਵੇ ਨਹੀਂ ਲਾਉਣੇ, ਮੈਂ ਵੀਰਵਾਰਾਂ ਨੂੰ ਜਾ ਕੇ ਚਾਦਰਾਂ ਨਹੀਂ ਚੜਾਉਣੀਆਂ, ਤੇਰਾ ਹੀ ਦੁਬਾਰਾ ਤੱਕਿਆ। ਮੈਂ ਹੋਰ ਥਾਂ ਨਹੀਂ, ਮੇਰੇ ਕੋਲ ਦੂਜੀ ਥਾਂ ਨਹੀਂ ਹੈ, ਜਿਸ ਪੈ ਕਰੋ ਬੇਨਤੀ, ਮੈਂ ਕਿਸੇ ਹੋਰ ਅੱਗੇ ਅਰਦਾਸ ਵੀ ਨਹੀਂ ਕਰਨੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਤੇਰੇ ਤੋਂ ਸਿਵਾ ਮੈਂ ਨਹੀਂ ਕਿਸੇ ਕੋਲ ਮੰਗਣਾ। ਇਹ ਦ੍ਰਿੜ ਨਿਸ਼ਚੈ। ਇਹ ਸਿੱਖ ਕਹਿ ਰਹੇ ਨੇ ਮਹਾਰਾਜ, ਮਹਾਰਾਜ ਦੀਆਂ ਕਿਰਪਾ ਦਾ ਜਲ, ਅਰਦਾਸ ਕੀਤੀ, ਮਹਾਰਾਜ ਦੀਆਂ ਅੱਖਾਂ ਦੇ ਵਿੱਚੋਂ ਕਿਰਪਾ ਦਾ ਜਲ ਵਗ ਤੁਰਿਆ। ਸਿਮਰੋ ਵਾਹਿਗੁਰੂ ਲਿਵ ਲਾਈ, ਦੇ ਪਦਾਰਥ ਸੋ ਤੁਮ ਤਾਈ। ਮਹਾਰਾਜ ਹੁਣ ਦੱਸਣ ਲੱਗੇ ਨੇ ਪਹਿਲੀ ਗੱਲ, ਕਹਿੰਦੇ ਸਿੱਖਾਂ ਦੇ ਇਹ ਚੀਜ਼ਾਂ ਲੈਣੀਆਂ ਨੇ, ਫਿਰ ਵਾਹਿਗੁਰੂ ਵਾਹਿਗੁਰੂ ਜਪ, ਸਵੇਰੇ ਸ਼ਾਮ ਜਪਿਆ ਕਰ, ਦਿਨ ਵਿੱਚ ਵੀ ਜਪਦਾ ਰਿਹਾ ਕਰ। ਕਹਿ ਸੋ ਜਨ ਕੋ ਅਰਥ ਬਤਾਵੋ, ਦੇ ਉਪਦੇਸ਼ ਭਲੇ ਸਮਝਾਵੋ। ਹੁਣ ਉਹ ਕਹਿਣ ਲੱਗੇ ਮਹਾਰਾਜ ਚਲੋ ਵਾਹਿਗੁਰੂ ਤੇ ਜਪ ਲਵਾਂਗੇ, ਇਹਦੇ ਅਰਥ ਦੱਸੋ ਕੀ ਨੇ, ਵਾਹਿਗੁਰੂ ਸ਼ਬਦ ਦੇ ਅਰਥ ਕੀ ਨੇ, ਸਾਨੂੰ ਇਹ ਵੀ ਚੰਗੀ ਤਰ੍ਹਾਂ ਸਮਝਾ ਦਿਓ। ਤਬ ਸ਼੍ਰੀ ਨਾਨਕ ਅਰਥ ਬਖਾਨਾ, ਇਹ ਸਿਮਰੇ ਸੇ ਨਰ ਮਤਿਵਾਨਾ। ਮਹਾਰਾਜ ਜੀ ਨੇ ਹੁਣ ਅਰਥ ਦੱਸਣ ਲੱਗੇ ਨੇ ਵਾਹਿਗੁਰੂ ਦੇ। ਕਹਿੰਦੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਜਿਹੜਾ ਮਹਾਰਾਜ ਜੀ ਦੇ ਬਚਨ ਧਰਦਾ ਹੈ, ਵਾਹਿਗੁਰੂ ਜਪਦਾ ਹੈ, ਕਹਿੰਦੇ ਬੜੀ ਬੁੱਧੀ ਵਾਲਾ ਉਹ ਬਣ ਜਾਂਦਾ ਹੈ। ਦੋਹਰਾ ਵਾਸਦੇਵ ਬਾਵਾ ਵਰਨ, ਹਾਹਾ ਹਤੇ ਲੀਨ। ਮਹਾਰਾਜ ਜੀ ਕਹਿੰਦੇ ਵਾਸਦੇਵ ਹੈ ਨਾ ਜਿਹੜਾ ਪਰਮਾਤਮਾ ਹੈ, ਜਿਹਨੂੰ ਵਾਸੂਦੇਵ ਕਿਹਾ ਜਾਂਦਾ ਹੈ, ਉਹ ਤੋਂ ਵਾਵਾ ਅੱਖਰ ਲਿਆ। ਜਿਹੜਾ ਹਾਹਾ ਅੱਖਰ ਹੈ, ਹਰ ਨਹੀਂ ਕਹਿੰਦੇ ਅਸੀਂ ਹਰ, ਵਾਹਿਗੁਰੂ ਨੂੰ ਹਰ ਵੀ ਕਹਿੰਦੇ ਆ। ਜਿਹੜਾ ਹਾਹਾ ਅੱਖਰ ਹੈ,
ਇਹ ਹਰੀ ਸ਼ਬਦ ਤੋਂ ਲਿਆ ਹੋਇਆ ਹੈ। ਗੱਗਾ ਗੋਬਿੰਦ ਤੇ ਲਿਓ ਰਾਰਾ ਰਾਮ ਪ੍ਰਵੀਨ। ਮਹਾਰਾਜ ਕਹਿੰਦਾ ਗੱਗਾ ਅੱਖਰ ਲਿਆ ਗੋਬਿੰਦ ਤੋਂ, ਗੋਬਿੰਦ ਦਾ ਗੱਗਾ ਅੱਖਰ ਹੈ, ਰਾਰਾ ਅੱਖਰ ਲਿਆ ਰਾਮ ਤੋਂ। ਉਹ ਚਾਰੇ ਹੀ ਅੱਖਰ, ਗੋਬਿੰਦ ਦਾ ਵੀ ਆ ਗਿਆ, ਰਾਮ ਵੀ ਆ ਗਿਆ, ਵਾਸੁਦੇਵ ਵੀ ਆ ਗਿਆ, ਨਾਲ ਦੀ ਨਾਲ ਮਹਾਰਾਜ ਕਹਿੰਦੇ ਨੇ ਹਰੀ ਵੀ ਆ ਗਿਆ। ਇਹ ਚਾਰੇ ਸ਼ਬਦਾਂ ਨੂੰ ਜੋੜ ਕੇ ਇੱਕ ਸ਼ਬਦ ਬਣਾ ਦੇ। ਮਹਾਰਾਜ ਕਹਿੰਦੇ ਇਹ ਵਾਹਿਗੁਰੂ ਦੇ ਅਰਥ ਨੇ, ਇਸ ਕਰਕੇ ਵਾਹਿਗੁਰੂ ਸ਼ਬਦ ਨੂੰ ਦਿਨ ਰਾਤ ਜਪਦੇ ਰਹੋ। ਚੌਪਈ ਏਕ ਨਾਮ ਤੇ ਚਤੁਰ ਸੋ ਜਾਪੂ, ਜਾਂ ਤੇ ਹੈ ਇੱਕ ਅਦਿਕ ਪ੍ਰਤਾਪੂ। ਮਹਾਰਾਜ ਕਹਿੰਦੇ ਇੱਕ ਅੱਖਰ ਹੈ, ਚਾਰ ਨਾਮ ਇਹਦੇ ਵਿੱਚ ਆ ਜਾਂਦੇ ਨੇ, ਇਸ ਕਰਕੇ ਇਹ ਸ਼ਬਦ ਦਾ ਪ੍ਰਤਾਪ ਜ਼ਿਆਦਾ ਹੈ। ਮਸਕੀਨ ਜੀ ਕਿਹਾ ਕਰਦੇ ਸੀ, ਕਹਿੰਦੇ ਇੱਕ ਸਾਧੂ ਮੈਨੂੰ ਮਿਲਿਆ, ਉਹ ਕਹਿੰਦਾ ਵੀ ਮੈਂ ਦੁਨੀਆ ਦੇ ਵੱਖ-ਵੱਖ ਮੰਤਰ ਜਪੇ ਨੇ, ਸਾਰੇ ਮੰਤਰ ਮੈਂ ਜਪ ਕੇ ਵੇਖੇ ਨੇ। ਕਹਿੰਦੇ ਉਹ ਹੈ ਤੇ ਜੈਨ ਮਤ ਦਾ ਸੀ। ਮੈਨੂੰ ਕਹਿਣ ਲੱਗਿਆ ਵੀ ਜਿਹੜੀ ਮੈਂ ਗੱਲ ਤੁਹਾਨੂੰ ਕਹਿਣ ਲੱਗਿਆ ਇਹ ਗੱਲ ਕਿਸੇ ਹੋਰ ਨੂੰ ਨਾ ਦੱਸਿਓ, ਕਿਉਂਕਿ ਮੇਰੇ ਮਤ ਵਾਲੇ ਮੇਰੇ ਪਿੱਛੇ ਪੈ ਜਾਣਗੇ। ਕਹਿੰਦੇ ਮੈਂ ਅੱਲਾ ਅੱਲਾ ਵੀ ਜਪ ਕੇ ਵੇਖਿਆ, ਰਾਮ ਰਾਮ ਵੀ ਜਪਿਆ, ਪਰ ਜਿੰਨੀ ਛੇਤੀ ਵਾਹਿਗੁਰੂ ਸ਼ਬਦ ਅਸਰ ਕਰਦਾ ਹੈ ਇੰਨੀ ਛੇਤੀ ਦੂਜਾ ਨਹੀਂ ਕਰਦਾ। ਉਹ ਮਨੁੱਖ ਦੀ ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਗੱਲ ਦੱਸੀ। ਵਾਹਿਗੁਰੂ ਇਹ ਸ਼ਬਦ ਜਿਹੜਾ ਜਪਣਾ ਹੈ ਇਹ ਮਨੁੱਖ ਨੂੰ ਛੇਤੀ ਪਦਾਰਥ ਦੇ ਦਿੰਦਾ ਹੈ। ਦੂਸਰ ਅਰਥ ਔਰ ਸੁਣ ਲੀਜੈ, ਜਾਪ ਕਰੇ ਸਭ ਸੰਕਟ ਖੀਜੈ। ਮਹਾਰਾਜ ਕਹਿੰਦੇ ਇੱਕ ਦੂਜਾ ਅਰਥ ਵੀ ਹੈ ਇਹਦਾ, ਉਹ ਵੀ ਸੁਣ ਲਓ। ਕਹਿੰਦੇ ਇਹਦਾ ਜਾਪ ਜਿਹੜਾ ਵੀ ਕਰਦਾ ਹੈ ਉਹਦੇ ਸਾਰੇ ਦੇ ਸਾਰੇ ਜਿਹੜੇ ਸੰਕਟ ਨੇ ਉਹ ਦੂਰ ਹੋ ਜਾਂਦੇ ਹਨ। ਵਾਹੇ ਨਾਮ ਅਚਰਜ ਪਹਿਚਾਨੋ, ਜੇ ਕੀ ਸਤਿਆ ਜਗ ਪ੍ਰਗਟਾਨੋ। ਮਹਾਰਾਜ ਕਹਿੰਦੇ ਵਾਹੇ ਦਾ ਨਾਮ ਹੈ ਅਚਰਜ, ਇੱਕ ਕਮਾਲ ਹੈ, ਪਰਮਾਤਮਾ ਤੇਰੀ ਕਮਾਲ ਹੈ। ਕਹਿੰਦੇ ਉਹਦੀ ਸੱਤਿਆ ਨਾਲ ਹੀ, ਵਾਹੇ ਦੀ ਸੱਤਿਆ ਨਾਲ ਹੀ ਇਹ ਸਾਰਾ ਜਗਤ ਪ੍ਰਗਟ ਹੋਇਆ ਹੈ। ਜੇ ਸਤਿਆ ਕਰ ਲਖਿਅਤ ਭਵ ਹੈ, ਸੋ ਨਹਿ ਲਖੀ ਜਾਏ ਅਨੁਭਵ ਹੈ। ਮਹਾਰਾਜ ਜੀ ਕਹਿੰਦੇ ਜਿਸ ਦੀ ਸ਼ਕਤੀ ਕਾਰਨ ਇਹ ਜਗਤ ਪਹਿਚਾਣਿਆ ਜਾਂਦਾ ਹੈ, ਉਸ ਪਰਮਾਤਮਾ ਨੂੰ ਨਹੀਂ ਪਹਿਚਾਣਿਆ ਜਾਂਦਾ। ਕਿਉਂ? ਉਹ ਤੇ ਅਨੁਭਵ ਪ੍ਰਕਾਸ਼ ਹੈ। ਦੋਹਰਾ ਯਾਤੇ ਸੋ ਅਚਰਜ ਪਇਓ, ਗੁਰੂ ਅਰਥ ਸੁਨ ਕਾਨ। ਮਹਾਰਾਜ ਕਹਿੰਦੇ ਇਹ ਬਸ ਗੁਰੂ ਦੇ ਅਰਥ ਸੁਣੇ ਉਹਨਾਂ ਦੋਵਾਂ ਭਰਾਵਾਂ ਨੇ, ਸ਼ੀਹੇ ਨੇ ਤੇ ਗੱਜਣ ਨੇ। ਕਹਿੰਦੇ ਦੋਵਾਂ ਨੇ ਜਦੋਂ ਅਰਥ ਸੁਣੇ, ਅਰਥ ਸੁਣਦਿਆਂ ਹੀ ਉਹਨਾਂ ਦੇ ਅੰਦਰ ਅਚਰਜ ਪੈਦਾ ਹੋ ਗਿਆ। ਅੰਧਕਾਰ ਕੋ ਨਾਮ ਹੈ, ਰੂਪ ਪ੍ਰਕਾਸ਼ ਪਹਿਚਾਨ। ਮਹਾਰਾਜ ਕਹਿੰਦੇ ਵਾਹੇ ਦਾ ਨਾਮ ਮਤਲਬ ਤੇ ਹੈ ਅਚਰਜ, ਤੇ ਗੁਰੂ ਦਾ ਕੀ ਮਤਲਬ ਹੈ? ਗੱਗੇ ਦਾ ਮਤਲਬ ਹੁੰਦਾ ਹੈ ਅੰਧਕਾਰ, ਤੇ ਰਾਰੇ ਦਾ ਮਤਲਬ ਹੈ ਪ੍ਰਕਾਸ਼। ਉਹ ਵਸਤੂ ਜਿਹੜੀ ਹਨੇਰੇ ਤੋਂ ਪ੍ਰਕਾਸ਼ ਭਾਵ ਅੰਧਕਾਰ ਤੋਂ ਗਿਆਨ ਵੱਲ ਨੂੰ ਲੈ ਜਾਵੇ ਉਹਨੂੰ ਗੁਰੂ ਕਿਹਾ ਜਾਂਦਾ ਹੈ। ਚੌਪਈ ਅੰਧਕਾਰ ਵਤ ਦੇਹ ਅਲਿਪਾ, ਤੇ ਪ੍ਰਕਾਸ਼ ਦੀਨੋ ਸੋ ਚਿਤਾ। ਮਹਾਰਾਜ ਜੀ ਕਹਿੰਦੇ ਨੇ ਅੰਧਕਾਰ ਦਾ ਮਤਲਬ ਹੈ ਆਪਣੇ ਸਰੀਰ ਨੂੰ ਸਦਾ ਹੀ ਸਮਝ ਲੈਣਾ, ਹੈ ਤੇ ਦੇਹੀ ਅਨਿਤ, ਇਹਨੂੰ ਨਿਤ ਸਮਝ ਲੈਣਾ, ਇਹ ਬਹੁਤ ਵੱਡਾ ਅੰਧਕਾਰ ਹੈ। ਤਾਂ ਕੋ ਵਾਹਿਗੁਰੂ ਇਮ ਨਾਮ, ਜਪ ਹੋਵੇ ਚਤੁਰ ਪਦਾਰਥ ਤਾਵਨ। ਮਹਾਰਾਜ ਕਹਿੰਦੇ ਕਿ ਇਸ ਕਰਕੇ ਅੱਜ ਇਹ ਚਾਰ ਪਦਾਰਥ ਲੈਣੇ ਨੇ ਨਾ ਜ਼ਿੰਦਗੀ 'ਚ। ਮਹਾਰਾਜ ਨੇ ਬੜੀ ਵਾਰੀ ਗੁਰਬਾਣੀ 'ਚ ਕਿਹਾ, ਨਾਮ ਜਪਣ ਦੀ ਗੱਲ ਤੇ ਬੜੀ ਵਾਰੀ ਕਹੀ ਹੈ। ਹਰੇਕ ਸ਼ਬਦ ਖਤਮ ਹੁੰਦਾ ਹੈ, ਮਹਾਰਾਜ ਬਾਅਦ 'ਚ ਕਹਿ ਦਿੰਦੇ ਨੇ ਨਾਮ ਜਪੋ। ਸਵੇਰੇ ਵੀ ਕਥਾ 'ਚ ਬੇਨਤੀ ਕਰ ਰਹੇ ਸਾਧ ਸੰਗਤ ਜੀ, ਦੁਨੀਆ ਦੇ ਜਿੰਨੇ ਰੋਗ ਨੇ ਉਨੇ ਰੋਗ ਲੱਗਣ ਦਾ ਵੀ ਇੱਕ ਕਾਰਨ ਹੈ, ਤੇ ਜਿੰਨੇ ਦੁਨੀਆ ਤੇ ਰੋਗ ਨੇ ਉਹਨਾਂ ਦੇ ਰੋਗਾਂ ਦੇ ਠੀਕ ਹੋਣ ਦੀ ਦਵਾ ਵੀ ਇੱਕ ਹੀ ਹੈ। ਇਹ ਇਲਾਜ ਵੀ ਤੇ ਰੋਗਾਂ ਦਾ ਕਾਰਨ ਦੋਵੇਂ ਗੁਰਬਾਣੀ ਵਿੱਚ ਦਰਜ ਕੀਤੇ ਨੇ ਮਹਾਰਾਜ। ਰੋਗ ਲੱਗਣ ਦਾ ਕਾਰਨ ਕੀ ਹੈ? ਮਹਾਰਾਜ ਕਹਿੰਦੇ ਨੇ ਜਿਹਨੂੰ ਪਰਮੇਸ਼ਰ ਦੇ ਭੁੱਲਿਆ ਵਿਆਪਣ ਸਭੇ ਰੋਗ। ਕਈਆਂ ਕੋਲ ਮਾਇਆ ਹੁੰਦੀ ਹੈ, ਖਤਮ ਹੋ ਜਾਂਦੀ ਹੈ, ਕਿਉਂ? ਰੱਬ ਤੇ ਕਦੀ ਸਿਮਰਿਆ ਨਹੀਂ। ਜਿੰਨੇ ਕੁ ਕਰਮ ਪਿਛਲੇ ਹੁੰਦੇ ਨੇ ਉਹ ਕਰਮਾਂ ਕਰਕੇ ਮਾਇਆ ਜਾਂਦੀ ਰਹਿੰਦੀ ਹੈ। ਮਹਾਰਾਜ ਕਹਿੰਦੇ ਇਸ ਕਰਕੇ ਫਿਰ ਮਹਾਰਾਜ ਇਹ ਤੇ ਹੋ ਗਿਆ ਕਾਰਨ ਵੀ ਪਰਮੇਸ਼ਰ ਨੂੰ ਭੁੱਲ ਗਿਆ ਤੇ ਰੋਗ ਆ ਗਏ। ਫਿਰ ਸੱਚੇ ਪਾਤਸ਼ਾਹ ਇਹਨਾਂ ਦਾ ਇਲਾਜ ਕੀ ਹੈ? ਮਹਾਰਾਜ ਇਲਾਜ ਪਤਾ ਕੀ ਹੈ? ਸਰਬ ਰੋਗ ਕਾ ਔਖਦ। ਪਰਮਾਤਮਾ ਤੋਂ ਵਿਛੜਨ ਕਰਕੇ ਹੀ ਰੋਗ ਨੇ,
ਤੇ ਪਰਮਾਤਮਾ ਦੇ ਨਾਲ ਜੁੜਨਾ ਹੀ ਇਲਾਜ ਹੈ। ਇਹ ਗੁਰਬਾਣੀ ਦੱਸਦੀ ਹੈ। ਬੁਝੇ ਪੁੰਨ ਜੇ ਵਾਹਿਗੁਰੂ ਗਾਵੇ, ਕਿਸ ਵਿਦ ਚਾਰ ਪਦਾਰਥ ਪਾਵੇ। ਅਗਲਾ ਸਵਾਲ ਇੱਕ ਹੋਰ ਵੀ ਕਰਦਾ ਦੋਵਾਂ ਭਰਾਵਾਂ ਨੇ, ਮਹਾਰਾਜ ਜਿਹੜੇ ਵਾਹਿਗੁਰੂ ਵਾਹਿਗੁਰੂ ਗਾਉਂਦੇ ਨੇ ਉਹਨਾਂ ਨੂੰ ਚਾਰ ਪਦਾਰਥ ਕਿਵੇਂ ਮਿਲ ਜਾਂਦੇ ਨੇ? ਥੋੜਾ ਇਹ ਅਰਥ ਵੀ ਸਾਨੂੰ ਖੋਲ ਕੇ ਦੱਸੋ। ਗੁਰੂ ਪਨਿਓ ਸਤ ਸੰਗਤ ਜਾਤੇ, ਡਗਮਗ ਅਸਵ ਮਠ ਹੋਇਆ ਫਲ ਤਾਤੇ। ਦੇਖੋ ਕਿੱਡੀ ਵੱਡੀ ਗੱਲ ਮਹਾਰਾਜ ਨੂੰ ਕਹਿੰਦੇ, ਜਿਹੜਾ ਆਪ ਜੀ ਸਤ ਸੰਗਤ ਦੇ ਵਿੱਚ ਆਉਂਦੇ ਹੋ, ਮਹਾਰਾਜ ਕਹਿੰਦੇ ਵਾਹਿਗੁਰੂ ਸ਼ਬਦ ਜਪਦਿਆਂ ਜਪਦਿਆਂ ਮਨੁੱਖ ਨੂੰ ਸਤ ਸੰਗਤ ਦੀ ਸੁੱਧ ਆਉਂਦੀ ਹੈ। ਸਤ ਸੰਗਤ ਦੇ ਆਉਣ ਨਾਲ ਇੱਕ ਇੱਕ ਕਦਮ ਜਿਹੜਾ ਅਸੀਂ ਰੱਖ ਰਹੇ ਹਾਂ, ਜਿਹੜਾ ਅਸ਼ਮੇਧ ਯੱਗ ਹੁੰਦਾ ਹੈ ਘੋੜੇ ਦਾਨ ਕਰਨ ਦਾ, ਉਹਦੇ ਜਿੰਨਾ ਪੁੰਨ ਮਿਲਦਾ ਹੈ। ਜਿਹੜਾ ਮਾੜਾ ਰਾਜਾ ਹੁੰਦਾ ਸੀ ਉਹ ਅਸ਼ਮੇਧ ਯੱਗ ਨਹੀਂ ਸੀ ਕਰਾ ਪਾਉਂਦਾ। ਅਸ਼ਮੇਧ ਯੱਗ ਜਿਹੜਾ ਕੋਈ ਚੱਕਰਵਰਤੀ ਰਾਜਾ ਉਹ ਹੀ ਕਰਾਉਂਦਾ ਸੀ। ਇਹ ਕੋਈ ਛੋਟੀ ਮੋਟੀ ਗੱਲ ਹੈ। ਮਹਾਰਾਜ ਕਹਿੰਦੇ ਸਤ ਸੰਗਤ ਵੱਲ ਨੂੰ ਆਉਣਾ, ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਇੱਕ ਇੱਕ ਕਦਮ ਸਤ ਸੰਗਤ ਵਿੱਚ ਚੱਲ ਕੇ ਆਉਣਾ, ਇੰਨਾ ਫਲ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਜਿੰਨਾ ਅਸਮੇਧ ਯੱਗ ਕਰਾ ਦਿੱਤਾ ਹੋਏ। ਦੋਹਰਾ ਜੇ ਤਨ ਕਾਰਨ ਜਤਨ ਜੋ ਕਰ ਹੈ ਲੋਕ ਅਪਾਰ। ਮਹਾਰਾਜ ਕਹਿੰਦੇ ਲੋਕੀ ਜਿਹੜੇ ਲੋਕ ਧਨ ਵਾਸਤੇ ਯਤਨ ਕਰ ਰਹੇ ਨੇ, ਕਹਿੰਦੇ ਮੈਂ ਉਹਨਾਂ ਦਾ ਵੀ ਤਰੀਕਾ ਦੱਸਦਾ। ਉਹਨਾਂ ਨੂੰ ਬਹੁਤੇ ਯਤਨ ਕਰਨ ਦੀ ਲੋੜ ਨਹੀਂ, ਧਨ ਉਹਨਾਂ ਨੂੰ ਸਹਿਜੇ ਹੀ ਮਿਲ ਜਾਏਗਾ। ਸੋ ਤਨ ਹਰ ਕੇ ਭਗਤ ਕੋ ਮਾਨਵ ਦੇ ਹਜ਼ਾਰ। ਮਹਾਰਾਜ ਜੀ ਕਹਿੰਦੇ ਜੇ ਉਹ ਮਨੁੱਖ ਨਾਮ ਜਪਣ ਲੱਗ ਜਾਏ ਨਾ, ਉਹਦੇ ਪਿੱਛੇ ਰਿੱਧੀਆਂ ਸਿੱਧੀਆਂ ਵੈਸੇ ਹੀ ਤੁਰੀਆਂ ਫਿਰਦੀਆਂ ਨੇ। ਨਾਮ ਜਪੇਗਾ, ਉਹ ਕਿਸੇ ਵੀ ਕੰਮ ਨੂੰ ਹੱਥ ਪਾਏਗਾ, ਕੰਮ ਵੈਸੇ ਹੀ ਸਫਲ ਹੋ ਜਾਂਦਾ। ਕਿਉਂਕਿ ਕਈ ਵਾਰੀ ਕਰਮਾਂ ਦਾ ਡਿੱਗਣਾ, ਕਰਮ ਦੋਸ਼ ਬੜਾ ਵੱਡਾ ਦੋਸ਼ ਹੈ। ਜਿਉਂ-ਜਿਉਂ ਮਨੁੱਖ ਦੀ ਪ੍ਰਾਲਬਧ ਡਿੱਗਦੀ ਜਾਂਦੀ ਹੈ, ਕੰਮ ਇਹਦਾ ਸਰੀਰ ਵੀ ਢਿੱਲਾ ਹੁੰਦਾ ਜਾਂਦਾ ਹੈ, ਕੰਮ ਵੀ ਢਿੱਲਾ ਹੋ ਜਾਂਦਾ। ਪ੍ਰਾਲਬਧ ਨਹੀਂ ਡਿੱਗਣੀ ਚਾਹੀਦੀ। ਪ੍ਰਾਲਬਧ ਦਾ ਮਤਲਬ ਹੈ ਜੋ ਕੁਝ ਪਿੱਛੇ ਇਕੱਠਾ ਕੀਤਾ ਸੀ, ਨਾਮ ਜਪਿਆ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਈ ਪਈ। ਕੋਈ ਭਗਤ ਦੀ ਸ਼ਕਤੀ ਕੀਤੀ ਹੈ ਗੁਰੂ ਦੀ, ਤਾਂ ਇਹ ਦੇਹੀ ਮਿਲੀ ਹੈ ਪਹਿਲੇ ਜਨਮਾਂ 'ਚ। ਐਸੀ ਗੱਲ ਨਹੀਂ ਹੈ। ਕਈ ਐਸੀਆਂ ਜੂਨਾਂ ਨੇ ਇੱਥੇ ਧਰਤੀ 'ਤੇ ਜਿਨ੍ਹਾਂ ਦੀ ਅਰਦਾਸ ਰੱਬ ਸੁਣ ਵੀ ਲੈਂਦਾ। ਮੈਂ ਤਾਂ ਕਈ ਵਾਰ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਸਲੋਕ ਹੈ, ਕਹੋ ਨਾਨਕ ਅਬ ਓਟ ਹਰ ਗੱਜ ਜਿਉਂ ਹੋ ਸਵਾਏ। ਰੱਬ ਦੇ ਹਾਥੀਆਂ ਦੀ ਅਰਦਾਸ ਸੁਣ ਲੈਂਦਾ ਹੈ। ਗੱਜ ਜਿਉਂ, ਗੱਜ ਦਾ ਮਤਲਬ ਹਾਥੀ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਲੋਕ ਹੈ, ਇਹਦਾ ਮਤਲਬ ਹਾਥੀਆਂ ਦੀ ਅਰਦਾਸ ਵੀ ਉਹ ਸੁਣ ਲੈਂਦਾ। ਕਿੱਡੀ ਵੱਡੀ, ਕਿਉਂ? ਰੱਬ ਨੂੰ ਅਰਦਾਸ ਲਈ ਸ਼ਬਦਾਂ ਦੀ ਲੋੜ ਨਹੀਂ ਹੈ। ਕਈ ਜੀਵਾਂ ਦੇ ਵਿੱਚ ਮਹਾਰਾਜ ਕਹਿੰਦੇ ਸਾਰੇ ਜੀਵਾਂ ਦੇ ਅੰਦਰ ਥੋੜਾ ਥੋੜਾ ਗਿਆਨ ਤੇ ਰੱਬ ਨੇ ਪਾਇਆ ਹੋਇਆ ਹੈ। ਸੁਖਮਣੀ ਸਾਹਿਬ 'ਚ ਪੰਕਤੀ ਆਉਂਦੀ ਹੈ, ਕਹਿੰਦੇ ਥੋੜਾ ਥੋੜਾ ਗਿਆਨ ਤੇ ਸਾਰੇ ਜੀਵਾਂ 'ਚ ਹੈ ਰੱਬ ਦਾ ਮਨੁੱਖਾਂ। ਮਹਾਰਾਜ ਇਸ ਕਰਕੇ ਕਹਿੰਦੇ ਨੇ ਜਿਹੜੇ ਮਨੁੱਖ ਧਨ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ, ਗੁਰੂ ਸਾਹਿਬ ਬਾਣੀ 'ਚ ਵੀ ਕਹਿੰਦੇ ਨੇ ਸੰਪੈ ਕੋ ਈਸ਼ਰ ਧਿਆਈਐ। ਪੈਸੇ ਵਾਸਤੇ ਜੇ ਰੱਬ ਕੋਲ ਇੱਛਾ ਲੈਣ ਆਏ ਆ, ਸੰਪੈ ਪੁਰਬ ਲਿਖੇ ਕੀ ਪਾਈਏ। ਭਾਵ ਜਿਹੜੇ ਪਿੱਛੇ ਕਰਮ ਕੀਤੇ ਨੇ ਚੰਗੇ, ਉਹਨਾਂ ਦੇ ਵੱਟੇ ਮਿਲਦਾ ਧਨ। ਧਨ ਵੀ ਤੇ ਚੰਗੇ ਪਰਿਵਾਰ ਦੇ ਵਿੱਚ ਜਨਮ ਵੀ, ਚੰਗੀ ਫੈਮਿਲੀ 'ਚ ਸਾਧ ਸੰਗਤ ਦੇ ਵਿੱਚ ਬਹਿਣਾ ਵੀ ਚੰਗੇ ਕਰਮਾਂ ਨਾਲ ਮਿਲਦਾ, ਪਹਿਲਾਂ ਨਹੀਂ। ਬਾਣੀ ਇਹਨੂੰ ਬੜੀ ਵਾਰੀ ਕਹਿੰਦੀ ਹੈ, ਵੱਡ ਭਾਗੀ ਹਰ ਸੰਗਤ ਪਾਵੇ। ਵੱਡੇ ਭਾਗ, ਵੱਡੇ ਭਾਗ ਭੇਟੇ ਗੁਰਦੇਵਾ, ਵੱਡੇ ਭਾਗ ਹੋਣ। ਪਰ ਐਸੇ ਮਾਤ ਮੈਂ ਤਾਂ ਇਹ ਸੋਚਾਂਗਾ ਮਹਾਰਾਜ ਇਹੋ ਜਿਹੇ ਭਾਗ ਹਰੇਕ ਕਿਸੇ ਦੇ ਬਣਾਈ ਵੀ ਰੋਜ਼ ਹੀ ਸੰਗਤ ਵਿੱਚ ਆਏ। ਕਦੀ ਕਦੀ ਸਾਡੇ ਭਾਗ ਸਤ ਸੰਗਤ ਵਾਲੇ ਬਣ ਜਾਂਦੇ ਨੇ। ਕਈ ਵਾਰੀ ਮੈਂ ਕਹਿ ਰਿਹਾ ਵਿਘਨ ਪੈਂਦਾ ਹੈ। ਉਹ ਵਿਘਨ ਦਾ ਕਾਰਨ ਕੀ ਹੈ? ਕਰਮ ਘੱਟ ਹੁੰਦੇ। ਸਤ ਸੰਗਤ 'ਚ ਗੁਰਦੁਆਰੇ ਆਉਣ ਲੱਗਿਆ ਜੇ ਵਿਘਨ ਪੈਂਦਾ ਹੈ, ਇਹਦਾ ਕਾਰਨ ਇਹ ਹੈ ਕਰਮ ਘੱਟ ਨੇ। ਨਾਮ ਜਪਣਾ ਚਾਹੀਦਾ ਵਾਧੂ। ਮਹਾਰਾਜ ਕਹਿੰਦੇ ਜੇ ਤੂੰ ਰੱਬ ਨੂੰ ਧਿਆਉਣਾ ਹੈ ਪੈਸੇ ਵਾਸਤੇ, ਕਹਿੰਦੇ ਫਿਰ ਐਵੇਂ ਕਰ, ਨਾਮ ਜਪ। ਅੱਜ ਨਾਮ ਜਪੋਗੇ, ਅੱਜ ਦੇ ਜਪੇ ਦੀ ਪ੍ਰਾਲਬਧ ਬਣ ਜਾਏਗੀ। ਇਹ ਜੁੜ ਜਾਣਗੇ ਕਰਮਾਂ 'ਚ। ਇਹ ਜਿਹੜੇ ਫਾਇਦਾ ਦੇਣਗੇ ਕੱਲ੍ਹ ਨੂੰ, ਹੌਲੀ ਹੌਲੀ ਇਹ ਜ਼ਿੰਦਗੀ ਦੇ ਵਿੱਚ ਫਾਇਦਾ ਦਿੰਦੇ ਰਹਿੰਦੇ ਹਨ। ਚੌਪਈ ਬੰਧਨ ਕਰੇ ਦੇਹ ਤਨ ਆਈ, ਜਨ ਤੇ ਜਾਚੇ ਆਪਣ ਭਲਾਈ। ਜੇ ਕੋਈ ਮਨੁੱਖ ਨਾਮ ਜਪੇ ਨਾ, ਮਹਾਰਾਜ ਕਹਿੰਦੇ ਲੋਕੀ ਤੇ ਉਹਨੂੰ ਵੈਸੇ ਹੀ ਧਿਨ ਦੇਣਾ ਸ਼ੁਰੂ ਕਰ ਦਿੰਦੇ ਨੇ। ਇੰਨੀ ਉਹਦਾ ਪ੍ਰਤਾਪ ਵੱਧ ਜਾਂਦਾ ਹੈ।
ਦੁਨੀਆ ਦੀ ਮਾਇਆ ਤੇ ਵੈਸੇ ਹੀ ਉਹਦੇ ਪਿੱਛੇ ਆ ਜਾਂਦੀ ਹੈ। ਹਿਰਦੇ ਕਮਲਾ ਭਗਤਨ ਜੋਈ ਸ਼੍ਰੀ ਕਰਤਾਰ ਪੂਰ ਹੈ ਸੋਈ। ਕਹਿੰਦੇ ਉਹਨੂੰ ਕਿਉਂ ਦੁਨੀਆ ਐਵੇਂ ਹੀ ਮਾਇਆ ਦੇਣ ਲੱਗ ਜਾਂਦੀ ਹੈ, ਕਿਉਂ ਉਹਦੇ ਪਿੱਛੇ ਪਿੱਛੇ ਦੁਨੀਆ ਲੱਗ ਜਾਂਦੀ ਹੈ? ਉਹਨਾਂ ਨੂੰ ਪਤਾ ਹੈ ਭਗਤ ਨੇ ਜੇ ਦਿਲ ਥਾਣੀ ਸੋਚ ਲਿਆ ਵੀ ਰੱਬ ਇਹਨੂੰ ਆ ਕੰਮ ਦੇ ਦੇ, ਨਾਲੋਂ ਨਾਲ ਦੇ ਦੇਣਾ। ਸ਼੍ਰੀ ਕਰਤਾਰ ਪੁਨ ਹੈ ਸੋਈ। ਜੋ ਭਗਤ ਨੇ ਦਿਲ ਵਿੱਚ ਸੋਚ ਲਿਆ ਰੱਬ ਨੂੰ ਉਹ ਪੂਰਨ ਕਰਨਾ ਪੈਂਦਾ ਹੈ। ਅਰਥ ਵਾਹਿਗੁਰੂ ਸਮਝਣ ਕਰਕੇ ਹੋਏ ਹੈ ਗਿਆਨ ਜਾਏ ਤਬ ਤਰਕੈ। ਕਹਿੰਦੇ ਵਾਹਿਗੁਰੂ ਦੇ ਅਰਥ ਸਮਝਣ ਦੇ ਨਾਲ ਮਨੁੱਖ ਦੇ ਹਿਰਦੇ ਦੇ ਵਿੱਚ ਗਿਆਨ ਹੋ ਜਾਂਦਾ ਹੈ। ਚਤਰ ਪਦਾਰਥ ਨਾਮ ਅਧੀਨਾ ਸਿਮਰਨ ਕਰੋ ਹੋਏ ਦੁਖ ਛੀਨਾ। ਇਸ ਕਰਕੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਛੀ ਹਾਂ ਇਹ ਭਾਈ ਗੱਜਣ ਰੱਬ ਦਾ ਨਾਮ ਜਪਿਆ ਕਰ। ਚਾਰ ਪਦਾਰਥ ਨਾਮ ਦੇ ਅਧੀਨ ਨੇ। ਦੁਨੀਆ ਤੇ ਜਿੰਨੇ ਵੀ ਪਦਾਰਥ ਨੇ ਇਹ ਨਾਮ ਦੇ ਅਧੀਨ ਨੇ। ਕਹਿੰਦੇ ਬੰਦਗੀ ਕਰੋ, ਸਿਮਰਨ ਕਰੋ, ਵੱਡੇ ਵੱਡੇ ਦੁੱਖ ਦੂਰ। ਆਪਾਂ ਤੇ ਸੁਖਮਨੀ ਸਾਹਿਬ ਦਾ ਜਦੋਂ ਪਾਠ ਆਰੰਭ ਹੀ ਕਰਦੇ ਆ ਉਹ 'ਚ ਕੀ ਹੁੰਦਾ? ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾ। ਸਿਮਰੋ ਜਾਸ ਬਿਸਮ ਭਰੇ ਕੈ ਨਾਮ ਜਪਤ ਅਗਣਤ ਅਨੇਕ। ਮਹਾਰਾਜ ਕਹਿੰਦੇ ਵੇਦ ਪੁਰਾਣ ਸਿਮਰੇ ਸੁਦਾਖਿਰ ਕਿਨੇ RAM ਨਾਮ ਇੱਕ ਅੱਖਰ। ਕਿਨਕਾ ਏਕ ਜਿਸ ਜੀ ਵਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ। ਏਡੀ ਵੱਡੀ ਗੱਲ ਮਹਾਰਾਜ ਨਾਮ ਦੇ ਬਾਬਤ ਕਹਿੰਦੇ ਨੇ। ਜਿਹਦੇ ਅੰਦਰ ਕਿਨਕਾ ਮਾਤਰ ਵੀ ਨਾਮ ਮਿਲ ਗਿਆ ਕਹਿੰਦੇ ਉਹਦੀ ਮਹਿਮਾ ਲਖੀ ਨਹੀਂ ਜਾ ਸਕਦੀ। ਇੱਥੋਂ ਤਾਈਂ ਦੀ ਅਸੀਂ ਅੱਜ ਇਹ ਕਥਾ ਸ਼ਰਵਣ ਕੀਤੀ ਹੈ। ਕੱਲ ਨੂੰ ਸ਼ੀਹਾ ਹੈ ਜਿਹੜਾ ਇਹਦੀ ਲੜਕੀ ਦਾ ਵਿਆਹ ਹੁੰਦਾ ਉਹਦੇ ਵਿੱਚ ਵਿਘਨ ਪੈਂਦਾ ਹੈ। ਉਹ ਵਿਘਨ ਨੂੰ ਸਤ ਸੰਗਤ ਕਿਵੇਂ ਦੂਰ ਕਰਦੀ ਹੈ, ਕਿਵੇਂ ਉਸ ਗੁਰੂ ਜੀ ਉਹਦੇ ਕਾਰਜ ਦੇ ਵਿੱਚ ਸਹਾਈ ਹੁੰਦੇ ਨੇ, ਕਿਵੇਂ ਉਹਦੀ ਘਰ ਵਾਲੀ ਉਹ ਸੰਗਤ ਨੂੰ ਸੱਦ ਲੈਂਦਾ। ਘਰ ਵਾਲੀ ਕਹਿੰਦੀ ਹੈ ਇੰਨੇ ਲੋਕਾਂ ਨੂੰ ਸੱਦ ਲਿਆ ਰੋਟੀ ਕਿੱਥੋਂ ਖਵਾਵੇਂਗਾ। ਫਿਰ ਭਾਈ ਸ਼ੀਂਹ ਨੇ ਨਾਮ ਜਪਿਆ, ਕਿਵੇਂ ਉਹ ਨਾਮ ਦੀ ਬਰਕਤ ਦੇ ਨਾਲ ਭੰਡਾਰੇ ਕਿਵੇਂ ਖੁੱਲ੍ਹਦੇ ਨੇ। ਕੱਲ੍ਹ ਦੀ ਕਥਾ ਦੇ ਵਿੱਚ ਅਸੀਂ ਇਹ ਸ਼ਰਵਣ ਕਰਾਂਗੇ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਸਾਨੂੰ ਨਿਤਾ ਬਰਤ ਸਤ ਸੰਗਤ ਦੀ ਦਾਤ ਬਖਸ਼ਣ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈ ਭੁੱਲ